ਕਲਮ ਦਾ ਸਫ਼ਰ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਮੈਂ ਹੁਣ ਤੱਕ ਪੰਜਾਬੀ ਦੇ ਸਥਾਪਿਤ ਸਾਹਿਤਕਾਰਾਂ ਬਾਰੇ ਤੁਹਾਡੀ ਜਿਹੜੇ ਰੂਬਰੂ ਉਹਨਾਂ ਨੂੰ ਕਰਵਾਉਂਦਾ ਰਿਹਾ ਤੁਹਾਡੇ ਨਾਲ। ਜਾਂ ਜਿਵੇਂ ਕਹਿੰਦੇ ਆ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ, ਤਾਂ ਉਸ ਸ਼ੀਸ਼ੇ ਨੂੰ ਜਿਸ ਤਰ੍ਹਾਂ ਉਹਨਾਂ ਨੇ ਸਾਡੇ ਸਾਹਮਣੇ ਲਿਆਂਦਾ, ਔਰ ਮੈਂ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਸਾਹਿਤਕਾਰਾਂ ਨੂੰ ਤੁਹਾਡੇ ਨਾਲ ਮਿਲਾ ਸਕਾਂ। ਸੋ ਕਿੰਨਾ ਕਾਮਯਾਬ ਹੋਇਆ ਇਹ ਤੁਸੀਂ ਉਹ ਦੱਸਣਾ ਹੈ, ਔਰ ਤੁਸੀਂ ਜਾਣਦੇ ਹੀ ਹੋ। ਸੋ ਇੱਕ ਮੇਰਾ ਇਹ ਦੌਰ ਸੀ ਕਿ ਜਿੱਥੇ ਮੈਂ ਸਥਾਪਿਤ ਸਾਹਿਤਕਾਰਾਂ ਨੂੰ ਤੁਹਾਡੇ ਨਾਲ ਮਿਲਾਇਆ, ਤੇ ਹੁਣ ਲੱਗਦਾ ਹੈ ਕਿ ਜੋ ਉੱਭਰ ਰਹੇ ਸਾਹਿਤਕਾਰ ਨੇ, ਜੋ ਪੁਰਾਣੇ ਸਾਹਿਤਕਾਰ ਨੇ, ਉਹਨਾਂ ਦੇ ਪੂਰਨਿਆਂ ਤੇ ਚੱਲ ਕੇ ਉਹਨਾਂ ਨੇ ਸਮਾਜ ਨੂੰ ਇੱਕ ਸੇਧ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਜੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਜੋ ਪੁਰਾਣੇ ਸਾਹਿਤਕਾਰ ਸੀ, ਸਾਡੇ ਪ੍ਰੌੜ ਸਾਹਿਤਕਾਰ ਸੀ, ਸਥਾਪਿਤ ਸਾਹਿਤਕਾਰ ਸੀ, ਇੱਕ ਵੱਡਾ ਗੈਪ ਜਾਂ ਜਨਰੇਸ਼ਨ ਗੈਪ ਦੀ ਗੱਲ ਕਰੀਏ ਜਾਂ ਟੈਕਨੋਲੋਜੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਦੌਰ ਹੋਰ ਸੀ। ਔਰ ਜੋ ਹੁਣ ਲੇਟੈਸਟ ਦੌਰ ਹੈ ਉਸ ਦੇ ਵਿੱਚ ਰਿਸ਼ਤਿਆਂ ਦੀ ਪਰਿਭਾਸ਼ਾ ਵੀ ਬਦਲੀ ਹੈ, ਸਮਾਜ ਦੀ ਪਰਿਭਾਸ਼ਾ ਬਦਲੀ ਹੈ। ਸਮਾਜ ਕਿਸ ਤਰ੍ਹਾਂ ਦਾ ਹੋਇਆ, ਕਿਹਾ ਜਾਂਦਾ ਹੈ ਕਿ ਦੁਨੀਆ ਮੁੱਠੀ ਦੇ ਵਿੱਚ ਹੋ ਗਈ ਹੈ। ਸੋ ਇਹ ਜੋ ਪੱਖ ਨੇ ਸਮਾਜ ਦੇ ਸਾਡੇ, ਉਹ ਨਵੇਂ ਸਾਹਿਤਕਾਰ ਆਪਣੇ ਅੰਦਾਜ਼ ਵਿੱਚ ਲੈ ਕੇ ਆ ਰਹੇ ਨੇ। ਸੋ ਮੈਨੂੰ ਲੱਗਿਆ ਕਿ ਇਹ ਪੱਖ ਵੀ ਜੋ ਨਵੇਂ ਸਾਹਿਤਕਾਰ ਨੇ ਉਹ ਕਿਸ ਤਰ੍ਹਾਂ ਕਿਹੜੀ ਦ੍ਰਿਸ਼ਟੀ ਦੇ ਨਾਲ, ਕਿਸ ਨਜ਼ਰੀਏ ਦੇ ਨਾਲ ਸਮਾਜ ਨੂੰ ਦੇਖਦੇ ਆ, ਰਿਸ਼ਤਿਆਂ ਨੂੰ ਦੇਖਦੇ ਆ, ਉਹ ਵੀ ਤੁਹਾਡੇ ਤੱਕ ਪਹੁੰਚਾਇਆ ਜਾਵੇ। ਸੋ ਇਸੇ ਕੋਸ਼ਿਸ਼ ਅਧੀਨ ਮੈਂ ਅੱਜ ਤੁਹਾਨੂੰ ਮਿਲਾਉਣ ਜਾ ਰਿਹਾ ਡਾਕਟਰ ਅਜੀਤਪਾਲ ਜੀ ਨੂੰ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਅਮਰ ਜੀ। ਜਿਸ ਤਰ੍ਹਾਂ ਮੈਂ ਦੇਖਿਆ ਤੁਹਾਡੀ ਕਿਤਾਬ ਹਾਰਫਾਂ ਵਿਚਲੀ ਖਾਮੋਸ਼ੀ ਤੁਸੀਂ ਪੰਜਾਬੀ ਸਾਹਿਤ ਨੂੰ ਦਿੱਤੀ ਹੈ, ਸੋ ਇਸ ਲਈ ਮੁਬਾਰਕਬਾਦ ਹੈ ਤੁਹਾਨੂੰ। ਔਰ ਮੈਨੂੰ ਚੰਗਾ ਲੱਗਿਆ ਕਿ ਤੁਸੀਂ ਇਸ ਨਜ਼ਰੀਏ ਨਾਲ ਵੀ ਸਮਾਜ ਨੂੰ ਦੇਖਦੇ ਹੋ। ਡਾਕਟਰ ਸਾਹਿਬ, ਇਸ ਗੱਲਾਂ ਦਾ ਸਿਲਸਿਲਾ ਸ਼ੁਰੂ ਕਰਨ ਲਈ ਮੈਂ ਤੁਹਾਨੂੰ ਇਹ ਜ਼ਰੂਰ ਪੁੱਛਣਾ ਚਾਹਾਂਗਾ ਕਿ ਤੁਹਾਡਾ ਖੇਤਰ ਹੋਰ ਹੈ, ਮੈਡੀਕਲ ਖੇਤਰ ਹੈ, ਤੇ ਔਰ ਤੁਸੀਂ ਕਵਿਤਾ ਵੱਲ ਤੇ ਕਹਾਣੀ ਵੱਲ ਆਏ ਹੋ। ਕੀ ਕੋਈ ਤੁਹਾਡੀ ਜਿਹੜੀ ਬੈਕਗਰਾਉਂਡ ਦੇ ਵਿੱਚ ਅਜਿਹਾ ਕੁਛ ਪਿਆ ਸੀ ਕਿ ਤੁਹਾਨੂੰ ਉਹ ਸਾਹਿਤ ਵੱਲ ਲੈ ਕੇ ਆਇਆ? ਇਸ ਬਾਰੇ ਦੱਸੋ। ਅਮਰ ਜੀ, ਇਹ ਬੜਾ ਟਿਪੀਕਲ ਤੇ ਕ੍ਰਿਟਿਕ ਕੁਐਸਚਨ ਹੈ ਜਿਹੜਾ ਤੁਸੀਂ ਮੈਨੂੰ ਅਕਸਰ, ਜਿਹੜਾ ਵੀ ਮੈਨੂੰ ਮਿਲਦਾ, ਜਿਨ੍ਹਾਂ ਨੇ ਮੇਰੀ ਕਿਤਾਬ ਪੜ੍ਹੀ, ਸਾਰੇ ਮੈਨੂੰ ਪੁੱਛਦੇ ਨੇ, ਬਿਕੋਜ਼ ਮੇਰੀ ਸਾਰੀ ਬੈਕਗਰਾਉਂਡ ਮੈਡੀਕਲ ਦੀ ਹੈ ਜੀ, ਤੇ ਮੈਂ ਪੜ੍ਹਾਉਣਾ ਵੀ ਡੈਂਟਲ ਕਾਲਜ 'ਚ ਹੀ ਹੈ। ਤੇ ਜਦੋਂ ਕੋਈ ਮੈਨੂੰ ਇਹ ਦੇਖਦਾ ਕਿ ਮੈਂ ਪੰਜਾਬੀ ਲਿਟਰੇਚਰ 'ਚ ਵੀ, ਸਭ ਲਈ ਬੜਾ ਇੱਕ ਹੈਰਾਨੀ ਵਾਲੀ ਗੱਲ ਹੀ ਹੁੰਦੀ ਹੈ। ਪੰਜਾਬੀ ਨਾਲ ਐਕਚੁਅਲੀ ਮੇਰਾ ਪਿਆਰ ਸ਼ੁਰੂ ਤੋਂ ਹੀ ਰਿਹਾ। ਜਦੋਂ ਮੈਂ 10th 'ਚ ਹੁੰਦਾ ਸੀ ਤਾਂ ਚਲੋ ਬਾਕੀ ਸਬਜੈਕਟ ਤਾਂ ਹੁੰਦੇ ਸੀਗੇ, ਪਰ ਇੱਕ ਪੰਜਾਬੀ ਨੂੰ ਲੈ ਕੇ ਮੇਰਾ ਜਿਹੜਾ ਨਾ ਮੋਹ ਤੇ ਮੈਂ ਬੜਾ ਵਧੀਆ ਲੱਗਦਾ ਸੀ। ਅੱਛਾ, ਉਸ ਟਾਈਮ ਥੋੜ੍ਹਾ ਜਿਹਾ ਸਮਾਂ ਇਸ ਤਰ੍ਹਾਂ ਦਾ ਹੁੰਦਾ ਸੀਗਾ ਕਿ ਘਰ ਦੇ ਕਹਿੰਦੇ ਸੀ ਕਿ ਨਹੀਂ, ਕਿ ਤੁਸੀਂ ਇੰਜੀਨੀਅਰ ਡਾਕਟਰ ਹੀ ਬਣਨਾ, ਕਿਉਂਕਿ ਸਿਚੁਏਸ਼ਨ ਤੇ ਸਾਰਾ ਸਿਨੈਰੀਓ ਹੀ ਉਸੇ ਤਰੀਕੇ ਦੇ ਨਾਲ ਸੀਗਾ। ਹੌਲੀ ਹੌਲੀ ਮੈਂ ਲਿਖਣਾ ਸ਼ੁਰੂ ਕੀਤਾ, ਬਟ ਉਹ ਵੀ ਆਪਦੇ ਘਰਦਿਆਂ ਤੋਂ ਬੜਾ ਚੋਰੀ। ਅੱਛਾ, ਉਹ ਲਿਖਿਆ ਕਰਨਾ ਤਾਂ ਉਹ ਚੀਜ਼ਾਂ ਮੇਰੀਆਂ ਕਿਤਾਬ ਤੇ ਕਾਪੀ ਦੇ ਵਿੱਚ ਹੀ ਰਹਿ ਗਈਆਂ। ਵਿਦ ਦਾ ਟਾਈਮ ਜਿਵੇਂ ਚਲੋ ਫਿਰ ਕੈਰੀਅਰ ਵਾਲੇ ਪਾਸੇ ਵਧੇ, ਪ੍ਰੋਫੈਸ਼ਨ ਵਿੱਚ ਚਲੇ ਗਏ। ਮੇਰੀ ਜਿਹੜੀ ਬੇਸਿਕ ਐਜੂਕੇਸ਼ਨ ਆ ਉਹ ਲੁਧਿਆਣੇ ਗਵਰਨਮੈਂਟ ਕਾਲਜ 'ਚੋਂ ਰਹੀ, ST ਗਵਰਨਮੈਂਟ ਕਾਲਜ। ਫਿਰ ਉਸ ਤੋਂ ਬਾਅਦ ਗ੍ਰੈਜੂਏਸ਼ਨ ਕਰਕੇ ਮੈਂ MSc ਤੇ PhD ਕੀਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਅੱਛਾ, ਉਸ ਟਾਈਮ ਤੁਹਾਡੇ ਕੋਲੇ ਨਾ ਇੰਨੇ ਨਾ ਹੀ ਤਾਂ ਪੈਸੇ ਹੁੰਦੇ ਨੇ ਕਿ ਤੁਸੀਂ ਆਪਦੇ ਸ਼ੌਂਕ ਇਸ ਤਰ੍ਹਾਂ ਦੇ ਪੂਰੇ ਕਰ ਸਕੋ। ਲਿਖਣਾ, ਚਲੋ ਜਿਹੜੀਆਂ ਚੀਜ਼ਾਂ ਮੈਨੂੰ ਵਧੀਆ ਲੱਗਦੀਆਂ ਸੀ ਕਿਤੇ ਨਾ ਕਿਤੇ ਮੈਂ ਉਹਨਾਂ ਨੂੰ ਕਾਪੀ ਤੇ ਲਿਖ ਲਿਆ ਕਰਨਾ। ਹੌਲੀ ਹੌਲੀ ਜਦੋਂ ਉਸ ਫੇਸ ਤੋਂ ਅੱਗੇ ਗਏ ਤਾਂ ਜਿਹੜੇ ਮੇਰੇ ਡਾਕਟਰੇਟ ਦੇ ਗਾਈਡ ਸੀ, ਡਾਕਟਰ SP ਸਿੰਘ ਪਟਿਆਲੇ ਤੋਂ ਹੀ ਸੀਗੇ, ਉਹਨਾਂ ਨੇ ਮੈਨੂੰ, ਮੈਂ ਛੋਟੀ ਜਿਹੀ ਲਿਖ ਕੇ ਨਾ 3-4 ਸਟੋਰੀਜ਼ ਲਿਖ ਕੇ ਤੇ ਮੈਂ ਇੱਕ ਫੋਟੋ ਕਾਪੀ ਕਰਾ ਕੇ, ਜਿਵੇਂ ਮੈਨੂੰ ਸ਼ੌਂਕ ਸੀ ਵੀ ਮੇਰੀ ਵੀ ਕਿਤਾਬ ਹੁੰਦੀ ਕੋਈ ਜੀ। ਤੇ ਅੱਛਾ, ਪੰਜਾਬੀ ਯੂਨੀਵਰਸਿਟੀ ਤੁਹਾਨੂੰ ਵੈਸੇ ਹੀ ਪਤਾ ਹੈ ਕਿ ਕਾਫੀ ਲਿਟਰੇਚਰ ਤੇ ਪੰਜਾਬੀ ਨੂੰ ਲੈ ਕੇ ਬਹੁਤ ਜ਼ਿਆਦਾ ਯੂਨੀਵਰਸਿਟੀ 'ਚ, ਉੱਥੇ ਬੜੇ ਅੱਜ ਕੱਲ੍ਹ ਦੇ ਜਿੰਨੇ ਕਲਾਕਾਰ, ਰਾਈਟਰਸ ਨੇ, ਸਾਰੇ ਉੱਥੇ ਹੀ ਡਿਵੈਲਪ ਹੁੰਦੇ।
ਤੇ ਦਲੀਪ ਕੌਰ ਟਿਵਾਣਾ ਮੈਡਮ ਉਸ ਟਾਈਮ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਸੀ। ਪਤਾ ਲੱਗਿਆ ਸਾਨੂੰ ਤੇ ਮੈਨੂੰ ਵੀ ਬੜਾ ਦਿਲ ਕੀਤਾ ਵੀ ਮਿਲਾਂ, ਵੀ ਉਹ ਵੀ ਲਿਖਦੇ ਤਾਂ ਮੈਂ ਵੀ ਕੁਝ ਲਿਖਾਂ। ਤਾਂ ਮੈਂ ਕੀ ਕੀਤਾ, ਸਰ ਨੂੰ ਨਾ ਬਣਾ ਕੇ ਛੋਟੀ ਜਿਹੀ ਫੋਟੋ ਸਟੇਟ ਕਰਾ ਕੇ ਆਪ ਹੀ ਉਹਦਾ ਇੱਕ ਛੋਟਾ ਜਿਹਾ ਨਾਂ ਰੱਖ ਕੇ ਤੇ ਮੈਂ ਉਹ ਦਿੱਤੀ। ਤਾਂ ਉਹਨਾਂ ਨੇ ਮੈਨੂੰ ਮਤਲਬ ਉਹਨੂੰ ਬੜਾ ਵਧੀਆ ਲੱਗਿਆ ਹੈ ਨਾ। ਅੱਛਾ, ਉਹ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਹੋਰ ਲਿਖਿਆ ਕਰ ਇਸ ਚੀਜ਼ ਨੂੰ। ਚਲੋ ਉਸ ਟਾਈਮ ਫਿਰ ਤੁਹਾਡੇ ਤੇ ਫਿਰ ਆ ਜਾਂਦਾ ਬਹੁਤ ਕਿ ਨਹੀਂ PhD ਦੇ ਥੀਸਿਸ ਸਬਮਿਟ ਕਰਾਉਣੇ ਆ। ਘਰਦਿਆਂ ਨਾਲ ਮੈਂ ਕਦੇ ਵੀ ਨਹੀਂ ਸ਼ੇਅਰ ਕੀਤੀ ਸੀ ਇਸ ਚੀਜ਼ ਕਿ ਮੈਂ ਲਿਖਦਾ ਵੀ ਹੈ, ਕਿਸੇ ਨੂੰ ਵੀ ਨਹੀਂ ਪਤਾ ਸੀ ਇਸ ਚੀਜ਼ ਦਾ। ਚਲੋ ਫਿਰ ਪ੍ਰੋਫੈਸ਼ਨਲ ਲਾਈਫ ਸ਼ੁਰੂ ਹੋ ਗਈ, ਮੈਰਿਜ ਹੋ ਗਈ, ਤਾਂ ਤੁਸੀਂ ਬਹੁਤ ਜ਼ਿਆਦਾ ਉਸ ਚੀਜ਼ 'ਚ ਬਿਜ਼ੀ ਹੋ ਜਾਂਦੇ ਹੋ। ਤੇ ਇਸ ਚੀਜ਼ ਦਾ ਐਕਚੁਅਲ ਆਗਾਜ਼ ਤੁਸੀਂ ਮੰਨੋਗੇ ਨਹੀਂ ਕਿ 10 ਸਾਲਾਂ ਬਾਅਦ ਜਦੋਂ ਕੋਵਿਡ ਆਇਆ ਤਾਂ ਉਹਦੇ ਕੋਲ ਮੇਰੇ ਟਾਈਮ ਵੀ ਬਹੁਤ ਸੀਗਾ। ਤਾਂ ਮੈਂ ਸੋਚਿਆ ਕਿ ਜਿਵੇਂ ਅੱਜ ਕੱਲ੍ਹ ਜਿਵੇਂ ਸਿਨੈਰੀਓ ਸੀ, ਸਾਰਾ ਟਾਈਮ ਹੀ ਤੁਹਾਡੇ ਕੋਲ ਬਹੁਤ ਹੁੰਦਾ ਸੀਗਾ, ਤਾਂ ਉਹ ਲਿਖ ਲਿਆ ਕਰਨਾ। ਤੇ ਇੱਕ ਮੈਡਮ ਸੀ ਫਰੀਦਕੋਟ, ਮੈਂ ਨਾ ਕੁਛ ਟਾਈਮ ਫਰੀਦਕੋਟ ਪੰਜਾਬ ਡਿਗਰੀ ਕਾਲਜ ਐਜ਼ ਅ ਪ੍ਰਿੰਸੀਪਲ ਵੀ ਰਿਹਾ ਜੀ। ਉੱਥੇ ਉਹ ਮੈਡਮ ਮੈਨੂੰ ਮਿਲੇ ਸੀ ਬਰਜਿੰਦਰਾ ਕਾਲਜ ਤੋਂ, ਵਰਿੰਦਰ ਕੌਰ ਮੱਕੜ ਪ੍ਰੋਫੈਸਰ। ਉਹਨਾਂ ਨੇ ਮੈਨੂੰ ਕਿਹਾ ਕਿ ਡਾਕਟਰ ਸਾਹਿਬ ਤੁਸੀਂ ਨਾ ਜਿਹੜੀ ਲਿਖਦੇ ਹੋ ਆਪਦੀ ਸਟੋਰੀ ਤੇ ਉਹਦੇ ਤੇ ਪਾਇਆ ਕਰੋ ਪ੍ਰਤੀਲਿਪੀ ਤੇ। ਤਾਂ ਮੈਂ ਪਹਿਲੀ ਸਟੋਰੀ ਲਿਖੀ ਜਿਹੜੀ ਮਾਸੀ ਕਹਾਣੀ ਲਿਖੀ ਸੀਗੀ, ਇਹਦੇ 'ਚ ਹੀ ਹੈ। ਉਹ ਜਦੋਂ ਮੈਂ ਉਹਦੇ ਵਿੱਚ ਪਾਈ ਤਾਂ ਬੜੇ ਲੋਕਾਂ ਨੇ ਮੈਨੂੰ ਉਹਦੇ 'ਤੇ ਵਿਊ ਦੇਣੇ ਸ਼ੁਰੂ ਕੀਤੇ। ਮੈਨੂੰ ਬੜਾ ਵਧੀਆ ਲੱਗਿਆ ਵੀ ਨਹੀਂ, ਮੈਂ ਹੋਰ ਵੀ ਵਧੀਆ ਲਿਖ ਸਕਦਾ। ਬਸ ਉਸ ਜਗ੍ਹਾ ਤੋਂ ਮੇਰਾ ਐਕਚੁਅਲ ਆਗਾਜ਼ ਜਿਹੜਾ ਬੜਾ ਆਪਾਂ ਕਹਿੰਦੇ ਨੇ ਕਿ ਸੀ ਇੱਕ ਬੀਜ ਬੀਜਿਆ ਗਿਆ ਤੇ ਫੁੱਟ ਉਦੋਂ ਗਿਆ। ਬਸ ਉਹ ਬੀਜ ਐਕਚੁਅਲ ਜਿਹੜਾ ਫੁੱਟਿਆ ਉਸ ਟਾਈਮ ਦੇ ਵਿੱਚ ਫੁੱਟਿਆ। ਤੇ ਉਸ ਤੋਂ ਬਾਅਦ ਫਿਰ ਮੈਂ ਇੱਕ ਤੋਂ ਬਾਅਦ ਦੂਸਰੀ ਤੀਸਰੀ ਕਹਾਣੀ ਲਿਖ ਕੇ ਮੈਨੂੰ ਬੜਾ ਵਧੀਆ ਲੱਗਣ ਲੱਗਾ, ਜਿਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਹੱਲਾਸ਼ੇਰੀ ਮਿਲੀ। ਤੇ ਪੰਜਾਬੀ ਨਾਲ ਜਿਹੜਾ ਪਿਆਰ ਮੇਰਾ ਮਤਲਬ ਪ੍ਰੋਫੈਸ਼ਨ ਦੇ ਟਾਈਮ ਦੇ ਵਿੱਚੋਂ ਛੁੱਟ ਗਿਆ ਸੀ ਨਾ, ਮਤਲਬ ਤੁਸੀਂ ਇਹ ਕਹਿ ਲਓ ਕਿ ਇੱਕ ਦੁਬਾਰਾ ਮਿਲਣ ਹੋਇਆ, ਬਟ ਬੜੇ ਵਧੀਆ ਵੇ ਨਾਲ ਹੋਇਆ। ਹੁਣ ਤਾਂ ਮੈਨੂੰ ਪੰਜਾਬੀ ਲਿਖਣਾ ਹੀ ਬਹੁਤ ਵਧੀਆ ਲੱਗਦਾ ਹੈ ਜੀ। ਪ੍ਰੋਫੈਸ਼ਨ ਚਾਹੇ ਮੇਰਾ ਮੈਡੀਕਲ ਹੈ, ਬਟ ਜਿਸ ਟਾਈਮ ਦੇ ਨਾਲ ਅੱਛਾ ਹੁਣ ਇਹ ਹੁੰਦਾ ਕਿ ਤੁਹਾਡੇ ਕੋਲ ਪੈਸੇ, ਤੁਸੀਂ ਆਪਦੀ ਚੀਜ਼ਾਂ ਦੇ ਸ਼ੌਂਕ ਪੂਰੇ ਕਰਕੇ ਤਾਂ ਹੀ ਮੈਂ ਬੁੱਕ ਦੀ ਫਾਰਮ ਵਿੱਚ ਅੱਜ ਕੱਲ੍ਹ ਬਹੁਤ ਘੱਟ ਲੋਕ ਲਿਟਰੇਚਰ ਨੂੰ ਪੜ੍ਹਨਾ ਪਸੰਦ ਕਰਦੇ ਆ। ਸੋ ਤੁਸੀਂ ਮੇਰੀਆਂ ਕਹਾਣੀਆਂ ਦੇਖੀਆਂ ਹੋਣਗੀਆਂ, ਕੋਈ ਵੀ ਉਸ ਅੱਜ ਦੀਆਂ ਰਿਐਲਿਟੀ ਦੇ ਵਿੱਚੋਂ ਹੀ ਤੁਹਾਨੂੰ ਸ਼ਾਇਦ ਕਈ ਕਰੈਕਟਰਸ ਇਹੋ ਜਿਹੇ ਹੋਣਗੇ ਜਿਹੜੇ ਤੁਹਾਨੂੰ ਲੱਗੇਗਾ ਕਿ ਸ਼ਾਇਦ ਅਸੀਂ ਖੁਦ ਹੀ ਜੀ ਰਹੇ ਹਾਂ। ਰਿਵਿਊਅਰਸ ਨੇ ਵੀ ਮੈਨੂੰ ਬਹੁਤ ਵਧੀਆ ਉਹਨਾਂ ਦੇ ਫੀਡਬੈਕ ਦਿੱਤੀਆਂ ਜਦੋਂ ਇਸ ਬਾਰੇ ਉਹ ਪੜ੍ਹਦੇ ਸੀ ਤਾਂ ਮੈਨੂੰ ਦੱਸਦੇ ਹੁੰਦੇ ਸੀਗੇ। ਤੇ ਟੌਪਿਕ ਵੀ ਮੈਂ ਕਹਾਣੀਆਂ ਦੇ ਮੇਰੇ ਕੋਈ ਬਾਹਲੇ ਉਵੇਂ ਨਹੀਂ ਹੈਗੇ, ਬੜੇ ਕਾਮਨ ਟੌਪਿਕ ਲਏ ਜਿਹੜੇ ਮੈਂ ਉਹਨਾਂ ਵਿੱਚੋਂ ਕਿ ਜੋ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਵਾਪਰ ਰਿਹਾ। ਟਾਈਮ ਇੱਕ ਬਹੁਤ ਹੀ ਡਿਫਰੈਂਟ ਤਰ੍ਹਾਂ ਦਾ, ਜੇ ਅਸੀਂ ਅੱਜ ਤੋਂ 70s ਤੇ 80s ਤੇ ਜਾਂ 60s ਤੋਂ ਆਪਦੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਲੈ ਕੇ ਚੱਲੀਏ ਤੇ ਹੁਣ ਜਿਹੜੀ 21ਵੀਂ ਸਦੀ ਦਾ ਟਾਈਮ ਇੱਕ ਬਹੁਤ ਵੱਡਾ ਜਨਰੇਸ਼ਨ ਗੈਪ ਹੈ। ਸੋ ਇਸ ਚੀਜ਼ ਨੂੰ ਜ਼ਿਆਦਾ ਇਲੈਬੋਰੇਟ ਨਹੀਂ ਕਰਦਾ। ਤਾਂ ਮੇਰਾ ਐਕਚੁਅਲ ਜਿਹੜਾ ਤੁਸੀਂ ਮੈਨੂੰ ਪੁੱਛਿਆ ਕਿ ਸਾਹਿਤ ਦੀ ਬੈਕਗਰਾਊਂਡ ਨਾ ਹੁੰਦਿਆਂ ਹੋਇਆ ਵੀ ਪਰ ਪੰਜਾਬੀ ਨਾਲ ਮੋਹ ਮੇਰਾ ਅੱਜ ਵੀ, ਮੈਂ ਪੰਜਾਬੀ ਨੂੰ ਬਹੁਤ ਪਿਆਰ ਕਰਦਾ, ਰੀਅਲੀ ਆਈ ਲਵ ਇਟ। ਚਾਹੇ ਮੇਰਾ ਮੇਜਰ ਪਾਰਟ ਉਹ ਨਹੀਂ ਹੈ, ਲਿਖਣੀ ਮੈਨੂੰ ਬੜਾ ਕਿੰਨੇ ਚਿਰਾਂ ਬਾਅਦ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਤਾਂ ਮੈਨੂੰ ਬਹੁਤ ਔਖਾ ਲੱਗਦਾ ਸੀ, ਪਰ ਇਹ ਸਾਰੀ ਦੀ ਸਾਰੀ ਬੁੱਕ ਮੈਂ ਮੋਬਾਈਲ ਤੇ ਲਿਖੀ ਸੀ, ਨੋਟਪੈਡ ਤੇ। ਜਦੋਂ ਮੈਨੂੰ ਟਾਈਮ ਮਿਲਦਾ ਹੌਲੀ ਹੌਲੀ ਲਿਖ ਲਿਆ ਕਰਨਾ ਤੇ ਇਸੇ ਤਰ੍ਹਾਂ ਹੀ ਸਿਲਸਿਲਾ ਚੱਲਦਾ ਰਿਹਾ। ਡਾਕਟਰ ਸਾਹਿਬ ਇੱਥੇ ਮੈਨੂੰ ਲੱਗਦਾ ਸਾਨੂੰ ਕਲੀਅਰ ਕਰ ਦੇਣਾ ਚਾਹੀਦਾ ਕਿ ਅਸੀਂ ਆਮ ਤੌਰ ਤੇ ਡਾਕਟਰ ਸਾਹਿਬ ਕਹਿੰਦੇ ਆ ਜਾਂ PhD ਜਿਨ੍ਹਾਂ ਨੇ ਕੀਤੀ ਹੁੰਦੀ ਹੈ ਸਾਹਿਤ ਦੇ ਵਿੱਚ, ਤੇ ਤੁਸੀਂ ਦੱਸੋ ਕਿ ਤੁਸੀਂ ਆਪਣੇ ਪ੍ਰੋਫੈਸ਼ਨ ਦੇ ਵਿੱਚ ਕੀਤੀ ਹੈ ਜਾਂ ਸਾਹਿਤ ਦੇ ਵਿੱਚ ਕੀਤੀ ਹੈ? ਨਹੀਂ, ਮੇਰੀ PhD ਮੇਰੇ ਪ੍ਰੋਫੈਸ਼ਨ ਦੇ ਵਿੱਚ ਹੀ ਹੈ, ਲਿਟਰੇਚਰ ਦੇ ਵਿੱਚੋਂ ਨਹੀਂ ਹੈਗੀ ਹੈ ਜੀ। ਹਾਂਜੀ, ਤੁਸੀਂ ਇਹ ਕਹਿ ਲਓ ਕਿ ਲਾਈਫ ਸਾਇੰਸਿਸ ਇੱਕ ਬ੍ਰੌਡ ਫੀਲਡ ਹੈਗਾ ਜਿਹਦੇ ਵਿੱਚ ਅੱਗੇ ਡਿਵੀਜ਼ਨਸ ਹੁੰਦੀਆਂ ਮੈਡੀਕਲ ਤੇ ਦੂਜੀਆਂ ਬ੍ਰਾਂਚਿਸ, ਬੇਸਿਕ ਬ੍ਰਾਂਚਿਸ ਦੀ। ਮੇਰਾ ਜਿਹੜਾ ਪਾਰਟ ਹੈ ਸਾਰਾ ਮੈਡੀਕਲ ਦੇ ਰਿਲੇਟਿਡ ਹੈ ਜੀ। ਜਿਹੜੇ MBBS ਤੇ VDS ਜਾਂ ਪੈਰਾਮੈਡੀਕਲ ਦੇ ਜਿਹੜੇ ਫਸਟ ਪਹਿਲੇ ਸਾਲ ਦੇ ਵਿੱਚ ਸਭ ਬੇਸਿਕ ਸਬਜੈਕਟਸ ਹੁੰਦੇ ਉਹਨਾਂ ਦੇ ਵਿੱਚ ਸਪੈਸ਼ਲਾਈਜੇਸ਼ਨ ਹੈ ਮੇਰੀ। ਮਤਲਬ ਤੁਸੀਂ ਡਾਕਟਰਸ ਨੂੰ ਪੜ੍ਹਾਉਂਦੇ? ਹਾਂਜੀ, ਡਾਕਟਰਸ ਨੂੰ ਪੜ੍ਹਾਉਂਦੇ ਆ। ਹੁਣ ਤੱਕ ਮੈਂ 2004 'ਚ ਆਪਣੀ ਪ੍ਰੋਫੈਸ਼ਨ ਸ਼ੁਰੂ ਕੀਤਾ ਸੀ ਤਾਂ ਹੁਣ ਤੋਂ ਲੈ ਕੇ ਦੇਖ ਲਓ ਬਥੇਰੇ ਡੈਂਟਿਸਟ ਬਣ ਗਏ ਨੇ ਤੇ ਬਣ ਵੀ ਰਹੇ ਨੇ। ਡਾਕਟਰ ਅਜੀਤਪਾਲ ਜੀ, ਜਿਸ ਤਰ੍ਹਾਂ ਇਹ ਕਿਹਾ ਜਾਂਦਾ ਕਿ ਜਦੋਂ ਵੀ ਕੋਈ ਇਨਸਾਨ ਸਾਹਿਤ ਰਚਨਾ ਵੱਲ ਆਉਂਦਾ ਤਾਂ ਉਹ ਕਵਿਤਾ ਤੋਂ ਸ਼ੁਰੂ ਹੁੰਦਾ, ਕਿਉਂਕਿ ਇਹ ਵੀ ਮੰਨਿਆ ਜਾਂਦਾ ਕਿ ਕਵਿਤਾ ਦੇ ਵਿੱਚ ਆਪਣੇ ਅਹਿਸਾਸਾਂ ਨੂੰ ਅਸੀਂ ਮਤਲਬ ਵਧੀਆ ਢੰਗ ਦੇ ਨਾਲ ਸੌਖ ਨਾਲ ਲਿਖ ਸਕਦੇ ਹਾਂ। ਪਰ ਜੋ ਤੁਹਾਡੀ ਕਿਤਾਬ ਆਈ ਆ ਹਰਫਾਂ ਵਿਚਲੀ ਖਾਮੋਸ਼ੀ, ਉਸ ਵਿੱਚ ਕਵਿਤਾ ਥੋੜ੍ਹੀ ਹੈ,
ਕਹਾਣੀ ਜ਼ਿਆਦਾ ਹੋ ਗਈ। ਤੁਸੀਂ ਕਵਿਤਾ ਤੋਂ ਸ਼ੁਰੂ ਕੀਤਾ ਜਾਂ ਕਹਾਣੀ ਤੋਂ ਸ਼ੁਰੂ ਕੀਤਾ? ਨਹੀਂ, ਮੈਂ ਕਹਾਣੀ ਤੋਂ ਸ਼ੁਰੂ ਕੀਤਾ। ਇਹਦੇ ਲਈ ਇੱਕ ਬੜੀ ਇੰਟਰਸਟਿੰਗ ਸਟੋਰੀ ਹੈ ਜਿਹੜੀ ਮੈਂ ਤੁਹਾਨੂੰ ਦੱਸਦਾ ਕਿਵੇਂ ਇਨਸੈਪਸ਼ਨ ਹੋਈ ਸੀ ਇਸ ਚੀਜ਼ ਦੀ। ਮੈਂ ਨਾ ਕਾਲਜ ਸਾਡਾ ਸ਼ਿਫਟ ਹੋ ਗਿਆ ਮੁਕਤਸਰ ਤੋਂ ਗੋਬਿੰਦਗੜ੍ਹ ਯੂਨੀਵਰਸਿਟੀ ਦੇ ਵਿੱਚ ਮਰਜ ਹੋ ਗਿਆ ਸੀਗਾ ਜੀ। ਤੇ ਸਾਡੀ ਸਾਰਿਆਂ ਦੀ ਪੋਸਟਿੰਗ ਵੀ ਉੱਥੇ ਹੀ ਹੋ ਗਈ, ਆਉਣਾ ਜਾਣਾ ਪੈਂਦਾ ਸੀਗਾ। ਤਾਂ ਮੈਂ ਉਸ ਟਾਈਮ ਕਾਰ ਤੇ ਨਹੀਂ ਦੂਰ ਹੋਣ ਕਰਕੇ 3-4 ਘੰਟਿਆਂ ਦਾ ਸਫ਼ਰ ਪੈ ਜਾਂਦਾ ਸੀ, ਤਾਂ ਬੱਸ ਤੇ ਜਾਣਾ ਪ੍ਰੈਫਰ ਕਰਦਾ ਸੀ। ਤੇ ਮੈਂ ਨਾ ਬੱਸ ਤੇ ਆ ਰਿਹਾ ਸੀ ਤੇ ਬੱਸ ਕੋਟਕਪੂਰੇ ਰੁਕੀ। ਕੋਟਕਪੂਰੇ ਦਾ ਚੌਂਕ ਹੈ ਜਿੱਥੋਂ ਮੁਕਤਸਰ ਨੂੰ ਵੀ ਬੱਸਾਂ ਜਾਂਦੀਆਂ, ਫਲਾਈਓਵਰ ਦੇ ਕੋਲੇ ਆ। ਜਦੋਂ ਉੱਥੇ ਰੁਕੀ ਤਾਂ ਇੱਕ ਖੰਡ ਦੇ ਰੂੰ ਜੀ ਵਿਕਦੀ ਹੁੰਦੀ ਹੈ, ਲੱਛੇ ਜਿਹਨੂੰ ਕਹਿੰਦੇ ਗੁਲਾਬੀ ਜਿਹੇ ਰੰਗ ਦੇ, ਹਨਾ, ਉਹ ਵੇਖ ਇੱਕ ਲੇਡੀ ਸ਼ਾਮ ਦੇ 7 ਵਜੇ ਉਹ ਉੱਥੇ ਖੜੀ ਵੇਚ ਰਹੀ ਸੀ। ਤੇ ਮਤਲਬ ਤੁਹਾਨੂੰ ਪਤਾ ਹੀ ਹੈ ਕਿ ਸ਼ਾਮ ਨੂੰ ਅੱਡਿਆਂ ਦੇ ਆਸੇ-ਪਾਸੇ ਕਿਸ ਤਰ੍ਹਾਂ ਦੇ ਲੋਕ ਹੁੰਦੇ ਨੇ, ਲੋਕ ਸਾਰੇ ਵਾਪਸ ਜਾਂਦੇ, ਕੋਈ ਖਾਧੀ ਪੀਤੀ, ਬਥੇਰੇ ਤਰ੍ਹਾਂ ਦੀ ਦੁਨੀਆ ਫਿਰਦੀ ਹੈ। ਤੇ ਫੀਮੇਲ ਤੁਹਾਨੂੰ ਬਹੁਤ ਘੱਟ ਮਿਲੂਗੀ ਉਸ ਟਾਈਮ ਜੀ, ਉਸ ਟਾਈਮ 7-8 ਦੇ ਟਾਈਮ ਦੇ ਵਿੱਚ। ਉਹ ਇਕੱਲੀ ਉੱਥੇ ਖੜੀ, ਬੜੀ ਵਧੀਆ ਉਹ ਆਪਦੇ ਆਪ ਨੂੰ ਡਰੈਸ ਅਪ ਕਰਕੇ, ਤੇ ਹੱਥ 'ਚ ਉਹਦੇ ਨਾ ਘੰਟੀ ਸੀਗੀ। ਅੱਛਾ। ਬੱਸ ਰੁਕੀ ਤਾਂ ਮੈਂ ਦੇਖੀ ਜਾਵਾਂ ਵੀ ਮਤਲਬ ਕਿ ਕਿੰਨੀ ਡੇਅਰਿੰਗ ਗੱਲ ਹੈ ਵੀ ਅੱਜ ਕੱਲ੍ਹ ਤਾਂ ਸ਼ਾਮ ਨੂੰ ਕੋਈ ਆਪਾਂ ਵੈਸੇ 4 ਵਜਣ ਤਾਂ ਲੋਕੀ ਘਰਾਂ 'ਚੋਂ ਕੁੜੀਆਂ ਬਾਹਰ ਕੱਢਣ ਦਾ ਸੋਚਦੇ ਨਹੀਂ ਮਾਪੇ, ਹੈ ਨਾ, ਜਿਸ ਤਰ੍ਹਾਂ ਦੀ ਸਿਚੁਏਸ਼ਨ ਹੈਗੀ ਹੈ। ਤਾਂ ਉਸ ਲੇਡੀ ਲਈ ਉਸ ਟਾਈਮ ਦੇ ਵਿੱਚ ਆਪਦੀ ਚੀਜ਼ ਨੂੰ ਵੇਚਣ ਆਉਣਾ, ਹੈ ਨਾ, ਤੇ ਇੱਕ ਬਹੁਤ ਵੱਡੀ ਮੈਨੂੰ ਗੱਲ ਲੱਗੀ। ਤਾਂ ਮੈਂ ਸਿਰਫ ਉਹਨੂੰ ਕੁਛ ਸਮੇਂ ਦੇ ਲਈ ਹੀ ਉਹਨੂੰ ਅਬਜ਼ਰਵ ਕੀਤਾ। ਇੱਕ ਮੈਂ ਉਹਦੇ ਹੱਥ 'ਚ ਘੰਟੀ ਦੇਖੀ ਤੇ ਇੱਕ ਉਹਦੀ ਡਰੈਸ ਅਪ ਨੂੰ ਦੇਖਿਆ। ਤੇ ਜਦੋਂ ਮੈਂ ਗਿਆ ਤਾਂ ਮੇਰੇ ਮਨ 'ਚ ਆਈ, ਤੇ ਇੱਕ ਦਿਨ ਮੈਂ ਬੈਠਾ ਤਾਂ ਮੈਂ ਉਹਨੂੰ ਹੀ ਬੜੇ ਵਧੀਆ ਵੇ ਨਾਲ ਇੱਕ ਸ਼ਾਰਟ ਸਟੋਰੀ ਦੇ ਵਿੱਚ ਕੀਤਾ। ਤਸਕੀਨ ਹੈ ਕਹਾਣੀ ਇਹਦੇ ਵਿੱਚ ਹੈ, ਜਿਹੜੀ ਮੇਰੀ ਬਹੁਤ ਹੀ ਜ਼ਿਆਦਾ ਪੋਪੂਲਰ ਹੋਈ ਸੀ ਉਦੋਂ ਉਸ ਟਾਈਮ 'ਤੇ ਸਟੋਰੀ, ਕਿ ਕਿਸ ਤਰ੍ਹਾਂ ਇੱਕ ਤੁਹਾਡੀ ਮਜਬੂਰੀ ਤੇ ਤੁਹਾਡੀ ਜ਼ਿੰਦਗੀ ਕਿਵੇਂ ਤੁਹਾਨੂੰ ਹਰ ਆਸਪੈਕਟ ਤੇ ਹਰ ਤਰ੍ਹਾਂ ਦੀ ਬਾਉਂਡਰੀ 'ਚੋਂ ਵੀ ਬਾਹਰ ਨਿਕਲਣ ਲਈ ਮਜਬੂਰ ਕਰ ਦਿੰਦੀ ਹੈ, ਤੇ ਕਿੰਨਾ ਵੱਡਾ ਕੌਨਫੀਡੈਂਸ ਤੁਹਾਡਾ ਉਸ ਟਾਈਮ ਤੁਹਾਡੇ ਲਈ ਇੱਕ ਹਿੰਮਤ ਪੈਦਾ ਕਰਦੀ ਹੈ। ਬਸ ਉਸ ਤੋਂ ਬਾਅਦ ਮੇਰਾ ਦਿਲ ਮੈਂ ਹੌਲੀ ਹੌਲੀ ਮੈਨੂੰ ਐਂ ਲੱਗਣ ਲੱਗ ਗਿਆ ਜਿਵੇਂ ਕਹਾਣੀਆਂ ਤਾਂ ਮੇਰੇ ਆਸੇ ਪਾਸੇ ਫਿਰਦੀਆਂ। ਫਿਰ 1 ਬਾਏ 1 ਮੈਂ ਉਹਨਾਂ ਚੀਜ਼ਾਂ ਨੂੰ ਚਾਹੇ ਲਿਖੀ, ਤਾਂ ਮੈਂ ਪਹਿਲੀ ਕਹਾਣੀ ਤਸਕੀਨ ਸੀ, ਤੇ ਪਰ ਬੁੱਕ ਦੀ ਪਹਿਲੀ ਕਹਾਣੀ ਮੇਰੀ ਮਾਸੀ ਸੀ। ਜਦੋਂ ਕੋਵਿਡ ਸ਼ੁਰੂ ਹੋਇਆ, ਤਸਕੀਨ ਨੂੰ ਨਾ ਮੈਨੂੰ ਕੋਈ ਐਕਚੁਅਲੀ ਪ੍ਰੋਫੈਸ਼ਨ ਹੀ ਮੇਰਾ ਮੈਡੀਕਲ ਸੀ, ਤਾਂ ਮੈਨੂੰ ਕੋਈ ਬਾਹਲੇ ਪਬਲਿਸ਼ਰ ਤੇ ਲਿਟਰੇਚਰ 'ਚ ਕੋਈ ਜਾਣਦਾ ਹੀ ਨਹੀਂ, ਤੇ ਨਾ ਹੀ ਮੇਰੀ ਕੋਈ ਇਹੋ ਜਿਹੀ ਅਪਰੋਚ ਸੀ ਕਿ ਜਿਸ ਨੂੰ ਮੈਂ ਕਹਿੰਦਾ ਵੀ ਭਾਈ ਮੇਰੀ ਅਖਬਾਰ 'ਚ ਕਹਾਣੀ ਤੁਸੀਂ ਛਪਵਾ ਦਿਓ, ਹੈ ਨਾ। ਤਾਂ ਉਹ ਲਿਖ ਕੇ ਮੈਂ ਰੱਖ ਲਈ। ਤਾਂ ਮੈਂ ਜਦੋਂ ਕਿਸੇ ਨੇ ਮੈਨੂੰ ਕਿਹਾ ਕਿ ਔਨਲਾਈਨ ਇੱਕ ਨਿਊਜ਼ਪੇਪਰ ਹੈਗਾ ਤਾਂ ਉਹਦੇ 'ਚ ਦੇ ਦਿੱਤੀ, ਬਟ ਫਿਰ ਵੀ ਕੋਈ ਇੰਨਾ ਵੱਡਾ ਉਹਦਾ ਉਹ ਹੋ ਨਹੀਂ ਸਕਦਾ, ਹੁੰਗਾਰਾ ਨਹੀਂ ਬਣਿਆ। ਤੇ ਫਿਰ ਜਦੋਂ ਮੈਂ ਸ਼ੁਰੂ ਕੀਤਾ ਕੋਵਿਡ ਦੇ ਵਿੱਚ ਕੰਪਾਈਲ ਕਿੰਨੀਆਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ, ਤਾਂ ਮੈਂ ਤਸਕੀਨ ਉਹਦੇ ਵਿੱਚ ਵੀ ਐਡ ਕੀਤੀ ਹੈ। ਰਹੀ ਗੱਲ ਕਵਿਤਾ ਦੀ, ਕਵਿਤਾ ਨੂੰ ਲਿਖਣਾ ਲਈ ਨਾ ਮੈਨੂੰ ਮਤਲਬ ਤੁਸੀਂ ਜਿਵੇਂ ਕਹਾਣੀ ਤਾਂ ਤੁਹਾਡੇ ਸਾਹਮਣੇ ਇੱਕ ਵਾਕਿਆ ਹੋ ਗਿਆ ਤੇ ਤੁਸੀਂ ਉਹਨੂੰ ਐਕਸਪਲੇਨ ਕਰਤਾ ਆਪਦੀਆਂ ਵਿੱਚ ਤੱਥ ਵਿੱਚ ਪਾ ਕੇ, ਹੈ ਨਾ। ਕਵਿਤਾ ਨੂੰ ਲਿਖਣਾ ਲਈ ਤੁਹਾਨੂੰ ਬਹੁਤ ਡੂੰਘਾਈ 'ਚ ਜਾਣਾ ਪੈਂਦਾ ਹੈ, ਤੇ ਉਹ ਮੈਨੂੰ ਥੋੜ੍ਹੇ ਟਾਈਮ 'ਚ ਮੈਂ ਛੋਟੀ 4-4 ਲਾਈਨਾਂ ਲਿਖਣੀਆਂ ਸ਼ੁਰੂ ਕੀਤੀਆਂ। ਫਿਰ ਮੈਨੂੰ ਲੱਗਿਆ, ਤੇ ਉਹ ਮੈਂ ਹੁਣ ਵੀ ਲਿਖਦਾ ਜਦੋਂ ਮੇਰਾ ਮਨ ਜਿਵੇਂ ਜਿਸ ਤਰ੍ਹਾਂ ਦੀ ਸਿਚੁਏਸ਼ਨ ਲਿਖੀ, 4 ਲਾਈਨਾਂ ਮੈਂ ਉਹਦੇ ਹਿਸਾਬ ਨਾਲ ਲਿਖਤੀਆਂ ਜਾਂ 5 ਲਿਖਤੀਆਂ, ਉਹਦੇ ਨਾਲ ਕਵਿਤਾ ਬਣ ਜਾਂਦੀ। ਬਟ ਕਵਿਤਾ ਤੇ ਸਟ੍ਰੈਸ ਮੈਂ ਬਾਹਲਾ, ਮੇਰਾ ਕਹਾਣੀਆਂ ਵੱਲ ਹੀ ਇੰਨਾ ਰੁਝਾਨ ਬਣ ਗਿਆ, ਕਿਉਂਕਿ ਹਜੇ ਉਹੀ ਚੀਜ਼ ਹੀ ਮੈਨੂੰ ਇੰਨਾ ਡੋਮੀਨੇਟ ਕਰ ਰਹੀ ਸੀ, ਕਿਤੇ ਕਵਿਤਾ ਵੱਲ ਜ਼ਿਆਦਾ ਮੇਰਾ ਉਹ ਹੋ ਨਹੀਂ ਪਾਇਆ, ਸ਼ਾਇਦ ਟਾਈਮ ਕਰਕੇ ਵੀ ਉਵੇਂ ਸੀਗਾ। ਕਹਾਣੀਆਂ ਨੂੰ ਐਕਸਪਲੋਰ ਕਰਨਾ ਤਾਂ ਸਿਚੁਏਸ਼ਨਾਂ ਨੂੰ ਲਿਖ ਕੇ ਮੈਂ ਇੱਕ ਅੱਜ ਕੱਲ੍ਹ ਦੀ ਜਨਰੇਸ਼ਨ ਨੋ ਡਾਊਟ ਕਿ ਕਵਿਤਾਵਾਂ ਵੱਲ ਲਿਟਰੇਚਰ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਬਹੁਤ ਘੱਟ ਲੋਕ ਪੜ੍ਹਦੇ ਨੇ, ਪਰ ਜਿਹੜੀਆਂ ਕਹਾਣੀਆਂ ਦੇ ਥਰੂ ਇੱਕ ਮੈਸੇਜ ਮੈਂ ਯੰਗ ਜਨਰੇਸ਼ਨ ਨੂੰ ਪਹੁੰਚਾਉਣਾ ਚਾਹੁੰਦਾ ਸੀ, ਉਹਦੇ ਲਈ ਮੈਨੂੰ ਕਵਿਤਾ ਦੇ ਨਾਲੋਂ ਕਹਾਣੀ ਇੱਕ ਬਹੁਤ ਵਧੀਆ ਵੇ ਲੱਗਿਆ, ਜਿਹਦੇ ਕਰਕੇ ਮੈਂ ਉਹਨਾਂ ਦੇ ਤੱਕ ਪਹੁੰਚ ਸਕਦਾ। ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਜੋ ਮੇਰਾ ਮੋਟਿਵ ਸੀ ਇਹਨਾਂ ਚੀਜ਼ਾਂ ਨੂੰ ਲਿਖਣ ਦਾ, ਕਿ ਸ਼ਾਇਦ ਕਈ ਚੀਜ਼ਾਂ ਇਹੋ ਜਿਹੀਆਂ ਜਿਹੜੀ ਅੱਜ ਕੱਲ੍ਹ ਦੀ ਜਨਰੇਸ਼ਨ ਕਿਸੇ ਨਾਲ ਸ਼ੇਅਰ ਨਹੀਂ ਕਰ ਪਾਉਂਦੀ, ਉਹਨਾਂ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਰਾਹ ਜਿਹੜਾ ਲੱਭਿਆ, ਉਹ ਮੇਰੇ ਲਈ ਇੱਕ ਕਹਾਣੀ ਸੀ, ਕਵਿਤਾ ਨਹੀਂ ਸੀ। ਕਵਿਤਾ ਇੱਕ ਮੇਰੇ ਲਈ ਕਿਸੇ ਖੁਸ਼ੀ ਨੂੰ ਜਾਂ ਕਿਸੇ ਚੀਜ਼ ਨੂੰ ਐਕਸਪ੍ਰੈਸ ਕਰਨ ਲਈ ਲਿਖੀਆਂ ਜ਼ਰੂਰ ਹੈ। ਹੁਣ ਵੀ ਮੇਰੀ ਜਿਹੜੀ ਅਗਲੀ ਕਿਤਾਬ ਆ ਰਹੀ ਹੈ ਉਹਦੇ ਵਿੱਚ ਵੀ ਓਨੀਆਂ ਕਹਾਣੀਆਂ ਇਕੁਅਲ ਹੀ ਰੱਖੀਆਂ ਨੇ, ਪਰ ਫੋਕਸ ਮੇਰਾ ਜ਼ਿਆਦਾ ਸਟੋਰੀਜ਼ ਵੱਲ ਹੀ ਰਿਹਾ। ਸਟੋਰੀਜ਼। ਡਾਕਟਰ ਸਾਹਿਬ, ਜਿਵੇਂ ਅਸੀਂ ਦੇਖਦੇ ਹਾਂ ਕਿ ਤੁਹਾਡਾ ਕਿੱਤਾ ਹੈ ਉਹ ਮੈਡੀਕਲ ਦੀ ਗੱਲ ਕਰਦੇ ਹੋ, ਹੈ ਨਾ, ਬੋਡੀ ਦੀ ਗੱਲ ਹੀ ਕਰਦੇ ਹੋ, ਇਹਦੇ ਸਟਰਕਚਰ ਦੀ ਗੱਲ ਕਰਦੇ ਹੋ, ਉਹੀ ਪੜ੍ਹਾਉਂਦੇ ਹੋ। ਸਮਾਜ ਵੱਲ ਦੇਖਣ ਲਈ
ਟਾਈਮ ਨਿਕਲ ਆਉਂਦਾ ਹੈ ਔਰ ਉਸ ਨੂੰ ਐਕਸਪਲੇਨ ਕਰਨ ਲਈ ਜੋ ਉਹਦੇ ਵਿੱਚ ਤੁਹਾਨੂੰ ਖਾਮੀਆਂ ਲੱਗਦੀਆਂ ਜਾਂ ਕੁਝ ਚੰਗਾ ਲੱਗਦਾ ਸਮਾਜ ਦੇ ਵਿੱਚ ਹੈ ਨਾ, ਕਿਉਂਕਿ ਉਹ ਅਸੀਂ ਕਹਿੰਦੇ ਹੁੰਦੇ ਆ ਕਿ ਉਹ ਵੀ ਬਚਾਈਏ, ਮਾੜਾ ਵੀ ਬਚਾਈਏ, ਚੰਗਾ ਵੀ ਬਚਾਈਏ। ਜੋ ਸਮਾਜ ਦੇ ਵਿੱਚ ਹੋ ਰਿਹਾ ਉਹਦੇ ਨਾਲ ਲੋਕਾਂ ਦੇ ਵਿੱਚ ਰੁਚੀ ਪੈਦਾ ਹੁੰਦੀ ਹੈ ਔਰ ਹੋਰ ਕਰਨ ਦੀ ਕੋਸ਼ਿਸ਼। ਸਮਾਜ ਨੂੰ ਕਦੋਂ ਦੇਖਦੇ ਹੋ ਤੁਸੀਂ? ਕਿਉਂਕਿ ਮੈਨੂੰ ਲੱਗਦਾ ਵੀ ਇਸ ਲੈਵਲ ਦੀ ਜਿਹੜੀ ਤੁਹਾਡੀ ਮਤਲਬ ਬੱਚੇ ਵੱਡੇ ਹੁੰਦੇ ਆ ਹਨਾ, ਉਹਨਾਂ ਨੂੰ ਪੜ੍ਹਾਉਣ ਲਈ ਵੀ ਆਪ ਨੂੰ ਪੜ੍ਹਨਾ ਪੈਂਦਾ ਹਨਾ, ਉਹਦੇ ਵਿੱਚੋਂ ਫਿਰ ਟਾਈਮ ਨੂੰ ਕਿਵੇਂ ਮੈਨੇਜ ਕਰਦੇ ਹੋ? ਟਾਈਮ ਨੂੰ ਦੇਖੋ, ਇਹਦੇ 'ਚ ਮੈਨੂੰ ਕਦੇ ਕੋਈ ਇੱਕ ਸਪੈਸੀਫਿਕ ਆਏ ਨਹੀਂ ਲੱਗਿਆ ਕਿ ਮੈਂ ਕਿਸੇ ਕਹਾਣੀ ਜਾਂ ਕਿਸੇ ਚੀਜ਼ ਨੂੰ ਲਿਖਣ ਲਈ ਮੈਂ ਸਪੈਸ਼ਲ ਉਹਦੇ ਲਈ ਟਾਈਮ ਕੱਢਣਾ ਨਾ। ਤੁਸੀਂ ਜਦੋਂ ਪ੍ਰੋਫੈਸ਼ਨਲ ਕਾਲਜ ਪੜ੍ਹਾਉਂਦੇ ਹੋ ਬੱਚੇ, ਤੁਹਾਨੂੰ ਬੜੇ ਤਰ੍ਹਾਂ ਦੇ ਲੋਕ ਵੀ ਮਿਲਦੇ ਨੇ, ਹਰੇਕ ਬੰਦਾ ਤੁਹਾਡੇ ਨਾਲ 4 ਗੱਲਾਂ ਕਰਦਾ ਹੈ, ਹਰ ਤਰ੍ਹਾਂ ਦੀਆਂ ਉਹਨਾਂ ਦੀਆਂ ਆਪਦੀਆਂ ਪ੍ਰੋਬਲਮਸ ਹੈ। ਉਹਨਾਂ ਹੀ ਚੀਜ਼ਾਂ ਨੂੰ ਮੈਂ ਵਿੱਚੋਂ ਕੱਢ ਕੇ ਆਪਣੀਆਂ ਕਹਾਣੀਆਂ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ। ਇੱਕ ਵਾਰ ਦੀ ਤੁਹਾਨੂੰ ਮੈਂ ਗੱਲ ਦੱਸਦਾ ਕਿ ਜਿਵੇਂ ਮੇਰੇ ਫੀਲਡ ਦੇ ਵਿੱਚ ਨਾ ਅਸੀਂ ਬਾਡੀ ਡਾਇਸੈਕਸ਼ਨ ਕਰਦੇ ਹਾਂ, ਤਾਂ ਕਰਦੇ ਸੀ ਡਾਇਸੈਕਸ਼ਨ, ਮੇਰੇ ਮਨ 'ਚ ਆ ਗਈ ਗੱਲ ਕਿ ਬੰਦਾ ਮੇਰੇ ਸਾਹਮਣੇ ਪਿਆ ਹੈ ਨਾ, ਕਿੰਨੇ ਬੱਚੇ ਮੈਂ ਉਹਨਾਂ ਨੂੰ ਪੜ੍ਹਾ ਰਿਹਾ ਸੀ, ਕੱਟ ਵੱਢ ਰਹੇ ਹਾਂ, ਉਹਨਾਂ ਨੂੰ ਚੀਜ਼ਾਂ ਦਿਖਾ ਰਹੇ ਹਾਂ ਨਾ ਚੀਜ਼ਾਂ। ਮੈਂ ਕਿਹਾ ਵੀ ਜਦੋਂ ਤੱਕ ਇਹਦੇ 'ਚ ਜਾਨ ਸੀ ਤਾਂ ਇਹ ਰਾਜਾ ਸੀ, ਦੁਨੀਆ ਦਾ ਕਿਸੇ ਚੀਜ਼ ਨੂੰ ਵੀ ਇਹ ਰੂਲ ਕਰ ਸਕਦਾ ਸੀ। ਤੇ ਅੱਜ ਇਹਦੇ 'ਚ ਰੂਹ ਨਹੀਂ ਹੈਗੀ ਤਾਂ ਤੁਸੀਂ ਇਹ ਦੇਖੋ ਕਿ ਸਾਡੇ ਸਾਹਮਣੇ ਹੈ, ਅਸੀਂ ਇਹਨੂੰ ਜਿਵੇਂ ਮਰਜ਼ੀ ਕੱਟੀਏ ਵੱਢੀਏ, ਜਿਵੇਂ ਮਰਜ਼ੀ ਸਿਖਾਈਏ ਬੱਚਿਆਂ ਨੂੰ ਹੈ ਨਾ। ਉਹ ਚੀਜ਼ਾਂ ਕਿਤੇ ਨਾ ਕਿਤੇ ਤੁਹਾਡੇ ਮਾਈਂਡ ਸੈਟਅਪ 'ਚ ਫਿਰ ਹੌਲੀ ਹੌਲੀ ਮੇਰਾ ਨਾ ਉਹਨਾਂ ਦਾ ਇੱਕ ਇਨਸਾਨ ਦੀ ਜਿਹੜੀ ਆਪਾਂ ਇਹ ਕਹਿ ਲਈਏ ਕਿ ਵੈਲਿਊ ਜਾਂ ਇੱਕ ਰੂਹ ਤੇ ਜਿਸਮ ਦਾ ਕੀ ਮੇਲ, ਤੇ ਉਹਨਾਂ ਚੀਜ਼ਾਂ ਦੇ ਬਾਰੇ ਹੋਰ ਅੱਗੇ ਗਹਿਰਾਈਆਂ 'ਚ ਜਾਣ ਲਈ ਇੰਝ ਹੀ ਮੇਰੇ ਵਸੀਲੇ ਬਣਦੇ ਰਹੇ। ਫਿਰ ਕਈ ਵਾਰੀ ਹੁੰਦੇ ਸੀ ਬੱਚੇ ਆਪਣੇ ਘਰ ਦੀਆਂ ਗੱਲਾਂ ਸਾਡੇ ਨਾਲ ਡਿਸਕਸ ਕਰਨੀਆਂ, ਫੈਮਲੀਜ਼ ਬੜੀਆਂ ਪ੍ਰੋਬਲਮਸ ਹੁੰਦੀਆਂ ਸੀ, ਹੁਣ ਵੀ ਕਰਦੇ ਨੇ, ਸਪਲਿਟ ਫੈਮਲੀਜ਼ ਹੈ। ਕਈ ਬੱਚਿਆਂ ਨੂੰ ਆਪਦੇ ਮਾਪਿਆਂ ਦੀਆਂ ਚੀਜ਼ਾਂ ਨੂੰ ਦੇਖਦੇ ਹੋਏ ਡਿਪਰੈਸ਼ਨ ਵਾਲੀ ਸਾਈਡ 'ਤੇ ਉੱਧਰ ਉਹ ਜਾ ਰਿਹਾ ਅੱਜ ਕੱਲ੍ਹ। ਵੈਸੇ ਇਹ ਮੈਂ ਤੁਹਾਡੇ ਨਾਲ ਮੇਰੀਆਂ ਤੁਸੀਂ ਦੇਖੋਗੇ ਇੱਕ ਕਹਾਣੀ ਦੇ ਵਿੱਚ ਹੈ, ਤਦਬੀਰ ਕਹਾਣੀ ਹੈ, ਜਿਹੜੀ ਹੈ ਇੱਕ ਡਿਪਰੈਸ਼ਨ ਪੇਸ਼ੈਂਟ 'ਤੇ ਸੀ ਕਿ ਕਿਸ ਤਰ੍ਹਾਂ ਤੁਸੀਂ ਅੱਜ ਕੱਲ੍ਹ ਚਾਹੇ ਕੰਮ ਕਰ ਰਹੇ ਹੋ, ਚਾਹੇ ਤੁਸੀਂ ਪੜ੍ਹ ਰਹੇ ਹੋ ਜਾਂ ਕਿਸੇ ਵੀ ਉਹਦੇ ਫੇਸ ਵਿੱਚ ਹੈਗੇ ਹੋ, ਕਿਤੇ ਨਾ ਕਿਤੇ ਅੱਜ ਕੱਲ੍ਹ ਦਾ ਸਿਨੈਰੀਓ ਇਸ ਤਰ੍ਹਾਂ ਬਣ ਗਿਆ ਸਾਡੇ ਕੋਲ ਟਾਈਮ ਹੀ ਨਹੀਂ ਹੈਗਾ ਇੱਕ ਦੂਜੇ ਨਾਲ ਗੱਲ ਕਰਨ ਦਾ। ਤੇ ਉਹ ਜਿਹੜਾ ਇੱਕ ਲੋਨਲੀਨੈਸ ਹੈ ਨਾ ਤੇ ਇਕੱਲਾਪਨ ਹੈ, ਉਹ ਅੱਜ ਕੱਲ੍ਹ ਦੇ ਇਨਸਾਨ ਨੂੰ ਬਹੁਤ ਜ਼ਿਆਦਾ ਤੰਗ ਕਰਕੇ ਤੇ ਬਹੁਤ ਬਿਮਾਰੀਆਂ ਵੱਲ ਵੀ ਲੈ ਕੇ ਜਾ ਰਿਹਾ। ਸੋ ਕਿਤੇ ਨਾ ਕਿਤੇ ਜਿਹੜੇ ਚੀਜ਼ਾਂ ਦੇ ਲੱਗੀਆਂ ਮੈਂ ਅੱਛਾ ਕਹਾਣੀ ਲਿਖਣ ਦਾ ਸਭ ਤੋਂ ਚੀਜ਼ ਇਹ ਹੁੰਦਾ ਸੀ ਕਿ ਤੁਹਾਨੂੰ ਆਪਦੇ ਆਪ ਨੂੰ ਕਰੈਕਟਰ 'ਚ ਢਾਲਣਾ ਬਹੁਤ ਪੈਂਦਾ ਹੈ। ਬਿਲਕੁਲ, ਮੈਨੂੰ ਤਾਂ ਐਂ ਲੱਗਦਾ ਹੁੰਦਾ ਜਦੋਂ ਮੈਂ ਲਿਖਦਾ ਜਿਵੇਂ ਮੈਂ ਫਿਲਮ ਦੀ ਸ਼ੂਟਿੰਗ ਹੀ ਕਰ ਰਿਹਾ ਤਾਂ ਹਰ ਸੀਨ ਨੂੰ ਲਿਖ ਕੇ ਮੈਂ ਪਹਿਲਾਂ ਆਪ ਉਹਦੇ ਵਿੱਚ ਜਾਣਨਾ ਤੇ ਉਸ ਚੀਜ਼ ਨੂੰ ਐਕਸਪਲੇਨ ਕਰਨਾ, ਫਿਰ ਮੈਂ ਆਪਦੇ ਆਪ ਨੂੰ ਹਰ ਕਰੈਕਟਰ ਨੂੰ ਜਾਂ ਜਿਹੜਾ ਵੀ ਬੰਦਾ ਮੇਰੇ ਨਾਲ ਗੱਲ ਕਰਦਾ ਸੀ ਮੈਂ ਆਪਦੇ ਵਿੱਚ ਫੀਲ ਕਰਿਆ ਕਰਨਾ ਕਿ ਜੇ ਉਹਦੀ ਜਗ੍ਹਾ ਮੈਂ ਹੁੰਦਾ ਮੈਂ ਕੀ ਸੋਚਦਾ ਤੇ ਮੈਂ ਕੀ ਕਰਦਾ। ਤਾਂ ਸ਼ਾਇਦ ਇਸ ਨੂੰ ਹੀ ਕਹਿੰਦੇ ਆ ਵੀ ਕਹਾਣੀ ਦੇ ਵਿੱਚ ਰੂਹ ਫੂਕਣੀ। ਹਾਂ, ਰੂਹ ਫੂਕਣੀ, ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ। ਉਸੇ ਤਰ੍ਹਾਂ ਹੀ ਕਈ ਚੀਜ਼ਾਂ ਇਹਦੇ 'ਚ ਨਾ ਇੱਕ ਕਹਾਣੀ ਹੈ ਹੁਸਨੇ ਜਹਾਂ ਕਹਾਣੀ ਹੈ, ਮੈਂ ਉਸ ਕਹਾਣੀ ਨੂੰ ਲਿਖਣ ਲਈ ਮੈਨੂੰ ਐਟਲੀਸਟ ਬਹੁਤ ਸਭ ਤੋਂ ਜ਼ਿਆਦਾ ਟਾਈਮ ਹੀ ਮੈਨੂੰ ਉਹ ਲੱਗਿਆ ਬਿਕੋਜ਼ ਉਹਦੇ 'ਚ ਮੈਂ ਮੁਗਲ ਲੈਂਗੁਏਜ ਜਿਹੜੀ ਹੁੰਦੀ ਸੀ ਨਾ ਉਹ ਸਿੱਖ ਹੈ ਤਾਂ ਫਿਕਸ਼ਨ ਹੀ ਹੈ ਬਟ ਉਹਦੇ ਵਿੱਚ ਮੈਨੂੰ ਸਿੱਖਣੀ ਵੀ ਪਈ, ਉਹਦੇ ਰੀਤੀ ਰਿਵਾਜ ਇੱਕ ਤਵਾਇਫ ਹੈ ਉਹਦੇ 'ਚ ਜਿਹੜੀ ਉਹ ਦਾ ਮੇਨ ਕਰੈਕਟਰ ਬਣੀ ਸੀਗੀ, ਉਹਨਾਂ ਦੀ ਜ਼ਿੰਦਗੀ ਕਿਵੇਂ ਸੀ। ਅੱਛਾ ਤੁਸੀਂ ਹੁਣ ਆਪਦੇ ਆਪ ਨੂੰ ਉਸ ਫੇਸ 'ਚ ਰੱਖ ਕੇ ਦੇਖਣਾ, ਉਹਨਾਂ ਦੀਆਂ ਚੀਜ਼ਾਂ ਨੂੰ ਕਰਕੇ ਦੇਖਣਾ। ਸੋ ਇੱਕ ਮੇਰੇ ਲਈ ਇੰਟਰਸਟਿੰਗ ਵੀ ਬਹੁਤ ਹੁੰਦਾ ਸੀ ਇਹਨਾਂ ਚੀਜ਼ਾਂ ਲਈ ਉਹ ਕਰਨਾ। ਤੇ ਬਟ ਹਰ ਚੀਜ਼ ਦੇ ਵਿੱਚ ਹਰ ਸਟੋਰੀ ਦੇ ਵਿੱਚ ਇੱਕ ਮੈਸੇਜ ਜਿਹੜਾ ਇੱਕ ਯੰਗ ਜਨਰੇਸ਼ਨ ਨੂੰ, ਚਾਹੇ ਤੁਸੀਂ ਦੇਖੋ ਇਸ ਵਿੱਚ ਕੋਈ ਵੀ ਇਹੋ ਜਿਹੀ ਕਹਾਣੀ ਨਹੀਂ ਹੋਊਗੀ ਚਾਹੇ ਉਹ ਯੰਗ ਜਨਰੇਸ਼ਨ ਦਾ ਬੰਦਾ ਪੜ੍ਹ ਰਿਹਾ ਚਾਹੇ ਉਹ ਬੁੱਢਾ ਜਾਂ ਕੋਈ ਵੀ ਮਿਡਲ ਏਜ ਦਾ ਵੀ ਪੜ੍ਹ ਰਿਹਾ, ਉਹਨੂੰ ਵੀ ਕਿਤੇ ਨਾ ਕਿਤੇ ਲੱਗੇਗਾ ਕਿ ਮੈਂ ਸ਼ਾਇਦ ਇਹਦੇ ਨਾਲ ਜੁੜਿਆ ਹੋਇਆ। ਤੇ ਦੂਸਰੀ ਚੀਜ਼ ਜਿਹੜੀ ਮੇਰੀ ਕਹਾਣੀਆਂ ਨੂੰ ਮੈਂ ਫੋਕਸ ਕਰਨ ਦੀ ਕੋਸ਼ਿਸ਼ ਕੀਤੀ ਸੀ, ਲੋਕਾਂ ਦਾ ਜਿਹੜਾ ਰਿਲੇਸ਼ਨ ਇੱਕ ਰੱਬ ਦੇ ਨਾਲੋਂ ਟੁੱਟਣਾ, ਇਹ ਮੈਂ ਬਹੁਤ ਜ਼ਿਆਦਾ ਫੀਲ ਕੀਤਾ ਜਿਸ ਕਰਕੇ ਸਾਡੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਅਨਸਰਟਨਿਟੀਜ਼ ਵੀ ਰਹਿੰਦੀਆਂ, ਇੱਕ ਪੀਸ ਆਫ ਮਾਈਂਡ ਹੀ ਨਹੀਂ ਹੈਗਾ ਵੀ ਅਸੀਂ ਤੁਸੀਂ ਕਹਿ ਲਓ ਕਿ ਪੇਸ਼ੈਂਸ ਸਬਰ ਅੱਜ ਕੱਲ੍ਹ ਜਿਹੜੀ ਚੀਜ਼ ਹੈ ਜਿਹਨੂੰ ਅਸੀਂ ਬਿਲਕੁਲ ਭੁੱਲੇ ਹੀ ਬੈਠੇ ਹਾਂ ਤੇ ਜਿਹੜੀ ਹੀ ਮੈਕਸੀਮਮ ਕਾਜ਼ ਹੈਗਾ ਅੱਜ ਕੱਲ੍ਹ ਦੇ ਅਗਰੈਸ਼ਨ ਜਿੰਨਾ ਵੀ ਲੋਕਾਂ 'ਚ ਹੈ, ਕੋਈ ਨਹੀਂ ਕਿਸੇ ਨੂੰ ਬਰਦਾਸ਼ਤ ਕਰਦਾ ਚਾਹੇ ਉਹ ਚੰਗਾ ਚਾਹੇ ਉਹ ਮਾੜੀ ਵਾਲੀ ਚੀਜ਼ ਹੈ। ਸੋ ਉਸ ਫੋਕਸ ਤੋਂ ਮੈਂ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਥੋੜ੍ਹਾ ਜਿਹਾ ਇੱਕ ਕਾਊਂਸਲ ਵੀ ਕਰਨਾ ਚਾਹੁੰਦਾ ਸੀ। ਹਰ ਵਰਗ ਦੇ ਲੋਕ ਨਾ ਇਕੱਲੇ ਸਿਰਫ ਮੈਂ ਨਹੀਂ ਕਹਿ ਰਿਹਾ ਕਿ ਚਾਹੇ ਯੰਗ ਹੈ ਚਾਹੇ ਉਹ ਮਿਡਲ ਏਜ ਹੈ ਚਾਹੇ ਉਹ ਓਲਡ ਏਜ ਹੈ। ਸੋ ਫੋਕਸ ਮੇਰਾ ਸਾਰੀਆਂ ਕਹਾਣੀਆਂ ਨੂੰ ਇੱਕ ਰਿਐਲਿਟੀ ਵੱਲ ਹੀ ਰਿਹਾ। ਬਹੁਤ ਕਹਾਣੀਆਂ ਦੇ ਚਾਹੇ ਜਿਹੀਆਂ ਜਿਹੜੇ ਮੇਰੇ ਨਾਲ ਜੁੜੇ ਲੋਕ ਸੀਗੇ ਸ਼ਾਇਦ ਉਹਨਾਂ ਦੀਆਂ ਜ਼ਿੰਦਗੀਆਂ 'ਤੇ ਵੀ ਮੈਂ ਲਿਖਿਆ। ਹਾਂਜੀ, ਪਰ ਜਿਵੇਂ ਦੇਖਿਆ ਜਾਵੇ ਕਿ ਸੰਤੋਖ ਸਿੰਘ ਧੀਰ ਦੀ ਗੱਲ ਕਰ ਲਈਏ, ਜਸਵੰਤ ਸਿੰਘ ਕੰਵਲ ਦੀ ਗੱਲ ਕਰ ਲਈਏ, ਵਰਿਆਮ ਸਿੰਘ ਸੰਧੂ ਦੀ ਗੱਲ ਕਰ ਲਈਏ, ਤਾਂ ਇਹਨਾਂ ਜਿਹੜਾ
ਮੈਨੂੰ ਲੱਗਦਾ ਫੀਲਡ ਹੋਰ ਸੀ, ਪੇਂਡੂ ਸਮਾਜ ਦੀ ਜ਼ਿਆਦਾ ਗੱਲ ਕੀਤੀ ਹੈ, ਹਾਂਜੀ ਨਹੀਂ? ਤੇ ਜਿਸ ਦੌਰ 'ਚ ਅਸੀਂ ਨਿਕਲ ਰਹੇ ਹਾਂ ਹੁਣ, ਤੁਸੀਂ ਜਾਂ ਸ਼ੁਰੂ ਕੀਤਾ ਹੈ, ਤਾਂ ਇੱਥੇ ਮੈਨੂੰ ਲੱਗਦਾ ਵੀ ਉਹਨਾਂ ਦੀਆਂ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਵੀ ਬਦਲੀਆਂ ਹੋਈਆਂ ਟੈਕਨੋਲੋਜੀ ਦੇ ਹਿਸਾਬ ਦੇ ਨਾਲ ਵੀ। ਅਸੀਂ ਜੇ ਦੇਖੀਏ ਤਾਂ ਉਹ ਗੱਡੇ ਯੁੱਗ ਦੀਆਂ ਜਾਂ ਪੈਲੀ ਦੀਆਂ ਮਤਲਬ ਜ਼ਮੀਨਾਂ ਦੀਆਂ ਗੱਲਾਂ ਕਰਦੇ ਸੀ, ਉਹਦੇ ਵਿੱਚੋਂ ਜਿਹੜੀਆਂ ਕਹਾਣੀਆਂ ਨੂੰ ਉਹ ਕੱਢਦੇ ਸੀ, ਉਹਨਾਂ ਦੀਆਂ ਸਮੱਸਿਆਵਾਂ ਦੱਸਦੇ ਸੀਗੇ। ਤੇ ਤੁਹਾਨੂੰ ਨਹੀਂ ਲੱਗਦਾ ਵੀ ਸ਼ਾਇਦ ਉਹ ਉਸ ਲੈਵਲ ਤੇ ਤੁਸੀਂ ਨਹੀਂ ਗੱਲ ਕਰ ਸਕੋਗੇ, ਔਰ ਤੁਸੀਂ ਜਿਹੜਾ ਹੈਗਾ ਨਵੀਆਂ ਸਮੱਸਿਆਵਾਂ ਜਿਹੜੀਆਂ ਸਮਾਜ ਜਿਹੜਾ ਫੇਸ ਕਰ ਰਿਹਾ ਉਹਨਾਂ ਨੂੰ ਉਭਾਰਨ ਦੀ ਕੋਸ਼ਿਸ਼ ਕਰ ਰਹੇ? ਦੇਖੋ ਟਾਈਮ ਬਹੁਤ ਚੇਂਜ ਹੋ ਗਿਆ। ਮੈਂ ਪਹਿਲਾਂ ਹੀ ਤੁਹਾਨੂੰ ਇਹ ਦੱਸਿਆ ਕਿ ਇੱਕ ਜਨਰੇਸ਼ਨ ਗੈਪ, ਜੇ ਅਸੀਂ 60 ਦੇ ਦਹਾਕੇ ਦੀ ਗੱਲ ਕਰ ਰਹੇ ਹਾਂ ਤੇ ਅੱਜ ਅਸੀਂ 23ਵੇਂ ਵਾਲੇ ਸਾਲ ਦੇ ਵਿੱਚ ਫਿਰਦੇ ਹਾਂ, ਤਾਂ ਉਹਨਾਂ 'ਚ ਬਹੁਤ ਵੱਡਾ ਜਨਰੇਸ਼ਨ ਗੈਪ ਹੋ ਗਿਆ। ਉਹਨਾਂ ਦੇ ਟਾਈਮ ਦੀਆਂ ਜੋ ਪ੍ਰੋਬਲਮ ਸੀ ਉਹਨਾਂ ਨੇ ਉਸ ਦੀ ਗਹਿਰਾਈਆਂ ਨੂੰ ਅੱਗੇ ਦਿੱਤਾ। ਟਾਈਮ ਦੇ ਨਾਲ ਅੱਜ ਕੱਲ੍ਹ ਦੇਖੋ ਡਿਜੀਟਾਈਜੇਸ਼ਨ ਹੈ, ਹਰ ਚੀਜ਼ ਟੈਕਨੋਲੋਜੀ, ਪੂਰੀ ਦੁਨੀਆ ਤੁਹਾਡੀ ਮੁੱਠੀ 'ਚ ਹੈ। ਇੱਕ ਮੋਬਾਈਲ ਫੋਨ ਹੀ ਹੈ, ਤੁਸੀਂ ਦੇਖੋ ਸਾਰੀ ਦੁਨੀਆ ਤੁਸੀਂ ਉਹਦੇ 'ਚ ਲਈ ਬੈਠੇ ਹੋ। ਸੋ ਉਸੇ ਮੇਰਾ ਜਿਹੜਾ ਫੋਕਸ ਰਿਹਾ ਉਹਨਾਂ ਚੀਜ਼ਾਂ ਵੱਲ ਜ਼ਿਆਦਾ ਰਿਹਾ ਜੋ ਅੱਜ ਦੀ ਪ੍ਰੈਜ਼ੈਂਟ ਜਨਰੇਸ਼ਨ ਜਿਨ੍ਹਾਂ ਚੀਜ਼ਾਂ ਨੂੰ ਫੇਸ ਕਰ ਰਹੀ ਹੈ। ਤੇ ਉਹ ਨੋ ਡਾਊਟ ਕਿ ਤੁਸੀਂ ਦੇਖੋਗੇ ਪੰਜਾਬੀ ਦੇ ਇੰਟਰਨਲ ਚੀਜ਼ਾਂ ਵੀ ਮੈਂ ਪੰਜਾਬੀ ਦੀ ਬਹੁਤ ਲੈਣਾ। ਕਈ ਕਹਾਣੀਆਂ ਦੀ ਸ਼ੁਰੂਆਤ ਮੇਰੀ ਹੁੰਦੀ ਹੀ ਇੱਕ ਪਿੰਡ ਤੋਂ ਹੈ। ਮੈਜੋਰਿਟੀ ਕਹਾਣੀਆਂ ਮੇਰੀ ਇਹੋ ਜਿਹੀਆਂ ਹੀ ਆ ਜਿਹਦੇ ਵਿੱਚ ਮੈਂ ਜਿਹੜੀ ਅੱਜ ਦੀ ਜਨਰੇਸ਼ਨ ਨੂੰ ਪੁਰਾਣੇ ਟਾਈਮ ਦੇ ਵਿੱਚ ਜੋ ਇੱਕ ਪੰਜਾਬੀਅਤ ਦਾ ਜਿਹੜਾ ਹੁੰਦਾ ਸੀ, ਅਸਰ ਹੁੰਦਾ ਸੀ, ਜਾਂ ਉਸ ਕਿਸ ਤਰ੍ਹਾਂ ਦਾ ਕਲਚਰ ਹੁੰਦਾ ਸੀ, ਉਸ ਟ੍ਰੈਡੀਸ਼ਨ ਨੂੰ ਵੀ ਵਿੱਚ ਮੈਂ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਨਹੀਂ ਹੈਗਾ, ਬਟ ਉਹਨੂੰ ਕਿਸ ਲੈਵਲ ਤੱਕ ਕਿਵੇਂ ਉਹ ਸਮਝ ਸਕਦੇ ਨੇ, ਸਿਰਫ ਉਸ ਲੈਵਲ ਤੱਕ। ਜਿਹੜੇ ਪੁਰਾਣੇ ਆਪਣੇ ਪੰਜਾਬੀ ਰਾਈਟਰਸ ਹੈਗੇ ਨੇ ਉਹ ਤਾਂ ਬਹੁਤ ਜ਼ਿਆਦਾ ਜਿਸ ਲੈਵਲ ਉਹ ਤਾਂ ਮੈਨੂੰ ਤੁਸੀਂ ਉਹਨਾਂ ਨੂੰ ਪੜ੍ਹੋ ਤਾਂ ਐਂ ਲੱਗਦਾ ਕਿ ਸ਼ਾਇਦ ਉਹ ਹੰਡੇ ਵਰਤੇ ਹੀ ਉਸ ਵਿੱਚੋਂ ਹੀ ਰਹੇ। ਤੇ ਕਈ ਚੀਜ਼ਾਂ ਮੈਂ ਉਹਨਾਂ ਤੋਂ ਵੀ ਸਿੱਖੀਆਂ। ਦਲੀਪ ਕੌਰ ਟਿਵਾਣਾ ਦੀ ਮਤਲਬ ਮੈਂ ਬਹੁਤ ਜ਼ਿਆਦਾ ਉਹਨਾਂ ਦੀਆਂ ਕਾਫੀ ਸਟੋਰੀਜ਼ ਪੜ੍ਹੀਆਂ ਵੀ, ਉਹਨਾਂ 'ਚੋਂ ਵੀ ਮੈਂ ਬਹੁਤ ਚੀਜ਼ਾਂ ਨੂੰ ਦੇਖਿਆ ਕਿ ਉਹ ਬਹੁਤ ਜ਼ਿਆਦਾ ਮਤਲਬ ਕਿ ਨਾ ਪੱਖੇ ਚੱਲਦੇ ਨੂੰ ਇੰਨਾ ਜ਼ਿਆਦਾ ਇੱਕ ਕਮਰੇ ਦੇ ਛੋਟੀ ਜਿਹੀ ਮੂਵਮੈਂਟ ਨੂੰ ਇੰਨਾ ਵਧੀਆ ਐਕਸਪਲੇਨ ਕਰ ਦਿੰਦੇ ਸੀ ਵੀ ਸ਼ਾਇਦ ਮੈਂ ਤਾਂ ਉਵੇਂ ਸੋਚ ਵੀ ਨਹੀਂ ਸਕਦਾ। ਬਟ ਕਿਤੇ ਨਾ ਕਿਤੇ ਆਪਣੇ ਆਪ ਨੂੰ ਉਹਨਾਂ ਚੀਜ਼ਾਂ ਤੋਂ ਸਿੱਖ ਕੇ ਕਿਵੇਂ ਤੁਸੀਂ ਅੱਜ ਦੇ ਪ੍ਰੋਬਲਮਸ ਨੂੰ ਲੋਕਾਂ ਦੀ ਹੀ ਲੈਂਗੁਏਜ 'ਚ ਕਿਵੇਂ ਸਮਝਾ ਸਕਦੇ ਹੋ, ਉਹ ਥੋੜ੍ਹੀ ਜਿਹੀ ਕੋਸ਼ਿਸ਼ ਮੇਰੀ ਜ਼ਰੂਰ ਹੈ ਇਸ ਕਿਤਾਬ ਨੂੰ ਲੈ ਕੇ। ਕੁਐਸਚਨ ਉਹੋ ਜਿਹਾ ਹੀ ਹੈ ਵੀ ਅੱਜ ਕੱਲ੍ਹ ਇਹ ਆਮ ਕਿਹਾ ਜਾਂਦਾ ਕਿ ਲੋਕ ਜਿਹੜੀ ਨਵੀਂ ਜਨਰੇਸ਼ਨ ਹੈਗੀ ਆ ਉਹ ਕਿਤਾਬਾਂ ਤੋਂ ਦੂਰ ਜਾ ਰਹੀ ਹੈ, ਕਿਤਾਬਾਂ ਮਤਲਬ ਉਨੀਆਂ ਨਹੀਂ ਪੜ੍ਹ ਰਹੀ। ਤੇ ਉਹ ਮੈਨੂੰ ਆਏ ਬੈਠੇ ਨੂੰ ਆਇਆ ਵੀ ਤੁਸੀਂ ਤਾਂ ਦੂਜੀ ਕਿਤਾਬ ਛਾਪਣ ਵੱਲ ਤੁਰ ਪਏ ਹੋ। ਮਤਲਬ ਕਿਵੇਂ ਤੁਹਾਡਾ ਰਿਸਪੌਂਸ ਕਿਸ ਤਰ੍ਹਾਂ ਤੁਹਾਨੂੰ ਮਿਲ ਰਿਹਾ ਹੈ? ਦੇਖੋ ਮੈਡੀਕਲੀ ਜੇ ਅਸੀਂ ਸੋਚੀਏ ਨਾ ਤਾਂ ਕਹਿੰਦੇ ਨੇ ਕਿ ਜਿੰਨਾ ਜ਼ਿਆਦਾ ਸਕਰੀਨ ਟਾਈਮ ਤੁਸੀਂ ਲੈਂਦੇ ਹੋ ਉਨੇ ਹੀ ਤੁਹਾਡੇ ਬ੍ਰੇਨ ਸੈੱਲ ਕਿਤੇ ਨਾ ਕਿਤੇ ਡਿਟੀਰੀਏਟ ਹੁੰਦੇ ਨੇ ਜੀ। ਤੇ ਅੱਜ ਕੱਲ੍ਹ ਬਹੁਤ ਪ੍ਰਮੋਸ਼ਨ ਇਸ ਚੀਜ਼ ਤੇ ਵੀ ਹੋ ਰਹੀ ਹੈ, ਬਹੁਤ ਸਾਇੰਟੀਫਿਕ ਰਿਸਰਚ ਵੀ ਚੱਲ ਰਹੀ ਹੈ ਕਿ ਤੁਸੀਂ ਆਦਤ ਪਾਓ ਚਾਹੇ ਦਿਨ 'ਚ 20 ਪੇਜ ਹੀ ਪੜ੍ਹਨ ਦੀ, ਉਹ ਤੁਹਾਡੀ ਲਾਈਫ ਨੂੰ ਕਿਤੇ ਨਾ ਕਿਤੇ ਜ਼ਰੂਰ ਚੇਂਜ ਵੀ ਕਰਨਗੇ, ਬਦਲਣਗੇ ਵੀ, ਤੇ ਤੁਹਾਨੂੰ ਸਟ੍ਰੈਸ ਫੈਕਟਰ ਤੋਂ ਵੀ ਬਚਾਉਣਗੇ। ਸੋ ਕਿਤਾਬ ਦੂਸਰੀ ਵਾਰ ਨੂੰ ਪਬਲਿਸ਼ ਕਰਨਾ ਵੀ ਮੇਰਾ ਕਿਤੇ ਨਾ ਕਿਤੇ ਇਸ ਚੀਜ਼ ਦਾ ਮੋਟਿਵ ਹੈ ਕਿ ਤੁਸੀਂ ਉਸ ਨੂੰ ਇਸ ਵੇ ਨਾਲ ਲੈ ਕੇ ਆਓ ਕਿ ਸ਼ਾਇਦ ਕਿਤੇ ਨਾ ਕਿਤੇ ਲੋਕ ਤੁਹਾਡੀ ਚਾਹੇ ਖਰੀਦ ਕੇ, ਮੇਰੇ ਕੋਲ ਵੀ ਬਹੁਤ ਤੁਸੀਂ ਕਿਤਾਬਾਂ ਦੇਖੋਗੇ ਜਿਹੜੀ ਵੀ ਮੈਨੂੰ ਵਧੀਆ ਲੱਗਦੀ ਮੈਂ ਜ਼ਰੂਰ ਮੰਗਾ ਲੈਂਦਾ, ਚਾਹੇ ਨਾ ਮੈਂ ਉਸ ਟਾਈਮ ਪੜ੍ਹਾਂ, ਪਰ ਕਿਤੇ ਨਾ ਕਿਤੇ ਉਹਨਾਂ ਦੇਖੋ ਕਿਤਾਬਾਂ ਕਹਿੰਦੇ ਨੇ ਕਿ ਲਾਇਬ੍ਰੇਰੀ ਤੁਹਾਡੇ ਮਾਈਂਡ ਦਾ ਇੱਕ ਹਸਪੀਟਲ ਹੈ ਜੀ। ਸੋ ਜਦੋਂ ਜਿੰਨਾ ਤੁਸੀਂ ਉਸ ਚੀਜ਼ ਵੱਲ ਆਪਦੇ ਮਨ ਨੂੰ ਕਿਤੇ ਨਾ ਕਿਤੇ ਕਰੈਕਟ ਕਰਨ ਲਈ ਜਾਓਗੇ ਤਾਂ ਤੁਸੀਂ ਜੇ ਇੱਕ ਕਿਤਾਬ ਵੀ ਪੜ੍ਹੋ ਸ਼ਾਇਦ ਤੁਹਾਨੂੰ ਬਹੁਤ ਜ਼ਿਆਦਾ ਰਿਲੈਕਸ ਕਰਦੀ ਹੈ, ਜਿੰਨਾ ਤੁਸੀਂ ਇੱਕ ਮੋਬਾਈਲ ਤੇ ਕਿਸੇ ਚੀਜ਼ ਨੂੰ ਸਕਰੋਲ ਆਊਟ ਕਰਨ ਲਈ ਜਾਂ ਕਿਤੇ ਵੀ ਤੁਸੀਂ ਉਹਨੂੰ ਦੇਖਣ ਲਈ ਜਿੰਨਾ ਤੁਹਾਡੇ ਅੱਖਾਂ ਤੇ ਸਟ੍ਰੈਸ ਪੈਂਦਾ। ਸੋ ਇਹ ਤਾਂ ਚਲੋ ਇੱਕ ਮੈਡੀਕਲੀ ਉਹਦਾ ਹੋ ਗਿਆ, ਬਟ ਮੇਰਾ ਪਰਪਸ ਇਹ ਸੀ ਕਿ ਕਿਤੇ ਨਾ ਕਿਤੇ ਫਿਰ ਉਹੀ ਚੀਜ਼ ਦਾ ਰੁਝਾਨ ਸ਼ੁਰੂ ਕੀਤਾ ਜਾਵੇ ਕਿ ਲੋਕ ਤੁਸੀਂ ਪ੍ਰੈਜ਼ੈਂਟ ਹੀ ਕਿਤਾਬ ਨੂੰ ਆਪਦੀ ਚੀਜ਼ ਨੂੰ ਉਸ ਵੇ ਨਾਲ ਕਰੋ, ਡਿਜੀਟਲ ਵੇ ਨਾਲ ਉਹਨੂੰ ਪ੍ਰਮੋਟ ਕਰੋ ਤੇ ਤਾਂ ਕਿ ਲੋਕ ਉਹਨੂੰ ਖਰੀਦਣ ਤੇ ਪੜ੍ਹਨ। ਉਹੀ ਪੋਸੀਬਲ ਦੇਖੋ ਲੰਬੀਆਂ ਚੀਜ਼ਾਂ ਅੱਜ ਕੱਲ੍ਹ ਕੋਈ ਨਹੀਂ ਪਸੰਦ ਕਰਨਾ ਚਾਹੀਦਾ। ਜੇ ਲੋਕੀ ਮੈਗੀ ਖਾਣਾ ਪਸੰਦ ਕਰਦੇ ਵੀ 2 ਮਿੰਟ 'ਚ ਬਣਦੀ ਹੈ ਨਾ, ਹਰ ਚੀਜ਼ ਇਨਸਟੈਂਟ, ਕਿਉਂਕਿ ਸਬਰ, ਮੈਂ ਤੁਹਾਨੂੰ ਫਿਰ ਉਹੀ ਗੱਲ ਆ ਗਈ ਨਾ, ਸਬਰ ਨਹੀਂ ਹੈਗਾ, ਪੇਸ਼ੈਂਸ ਨਹੀਂ ਹੈਗੀ, ਤਾਂ ਅਸੀਂ ਹਰ ਚੀਜ਼ ਨੂੰ ਇਨਸਟੈਂਟ ਲੈਣਾ ਪਸੰਦ ਕਰਦੇ ਹਾਂ। ਸੋ ਉਸੇ ਤਰ੍ਹਾਂ ਹੀ ਸ਼ਾਰਟ ਸਟੋਰੀਜ਼ ਲਿਖਣਾ ਸ਼ਾਇਦ ਲੋਕਾਂ ਨੂੰ ਕਿ ਥੋੜ੍ਹੇ ਟਾਈਮ ਦੇ ਵਿੱਚ ਪੜ੍ਹੀ ਗਈ ਚੀਜ਼ ਨੂੰ ਲੋਕੀ ਪੜ੍ਹ ਕੇ ਖਤਮ ਵੀ ਕਰ ਲੈਂਦੇ ਨੇ। ਸੋ ਹੌਲੀ ਹੌਲੀ ਇਸ ਵੇ ਨਾਲ ਲੋਕਾਂ 'ਚ ਇਸ ਚੀਜ਼ ਦਾ ਇੱਕ ਰੁਝਾਨ ਵੀ ਪੈਦਾ ਕਰਨਾ ਤੇ ਉਹਨਾਂ ਦਾ ਇੰਟਰਸਟ ਵੀ ਬਣਾਉਣਾ ਕਿਤੇ ਨਾ ਕਿਤੇ ਇੱਕ ਛੋਟੀ ਜਿਹੀ ਕੋਸ਼ਿਸ਼ ਹੈ। ਸੋ ਇਸ ਲਈ ਮੈਂ ਆਪਦੀ ਦੂਜੀ ਕਿਤਾਬ, ਚਾਹੇ ਮੇਰਾ ਤਾਂ ਸ਼ੌਂਕ ਹੈ ਪਰ ਉਹ ਸ਼ੌਂਕ ਕਿਤੇ ਨਾ ਕਿਤੇ ਦੂਜਿਆਂ ਲਈ ਕਿੰਨਾ ਲਾਹੇਵੰਦ ਹੋਏਗਾ ਦੇਖੋ। ਡਾਕਟਰ ਸਾਹਿਬ ਜਿਵੇਂ
ਤੁਸੀਂ ਸਮਾਜਿਕ ਜਿਹੜੇ ਹੈਗੇ ਆ ਰਿਸ਼ਤਿਆਂ ਦੀ ਗੱਲ ਕੀਤੀ ਹੈ, ਜਾਂ ਸਮਾਜ ਦੀਆਂ ਬੁਰਾਈਆਂ ਜਾਂ ਚੰਗਿਆਈਆਂ ਦੀ ਗੱਲ ਹਾਂਜੀ। ਕੀਤੀ ਹੈ, ਕਦੇ ਇਸ ਤਰ੍ਹਾਂ ਨਹੀਂ ਮਨ ਚ ਆਇਆ ਕਿ ਜਿਹੜੇ ਪ੍ਰੋਫੈਸ਼ਨ ਦੇ ਨਾਲ ਤੁਸੀਂ ਸੰਬੰਧਿਤ ਹੋ ਵੀ ਉਸ ਨੂੰ ਵੀ ਇਹਦੇ ਵਿੱਚ ਇਨਵੋਲਵ ਕੀਤਾ ਜਾਵੇ? ਹਾਂਜੀ, ਕਿਤੇ ਨਾ ਕਿਤੇ ਤੁਸੀਂ ਦੇਖੋਗੇ ਇੱਕ ਅੱਧਾ ਐਸਪੈਕਟ ਉਸ ਚੀਜ਼ ਨੂੰ ਮੈਂ ਜ਼ਰੂਰ ਲੈ ਕੇ ਆਉਣਾ ਹੀ ਹੈ, ਚਾਹੇ ਕਿਸੇ ਵੇ ਨਾਲ ਵੀ ਉਹਨੂੰ ਇੱਕ ਕਰੈਕਟਰ ਦੇ ਥਰੂ ਮੈਂ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰਾਂ। ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ, ਤਦਬੀਰ ਇੱਕ ਕਹਾਣੀ ਸੀਗੀ ਜਿਹੜੀ ਇਹਦੇ ਵਿੱਚ ਹੈ, ਉਹ ਇੱਕ ਇਸ ਤਰ੍ਹਾਂ ਦੇ ਕਰੈਕਟਰ ਦੀ ਸੀਗੀ ਕਿ ਪ੍ਰੋਫੈਸ਼ਨਲੀ ਕਿਸ ਲੈਵਲ ਦਾ ਸਟ੍ਰੈਸ ਉਸ ਕਰੈਕਟਰ ਨੇ ਬੀਅਰ ਕੀਤਾ, ਫਿਰ ਉਸ ਨੂੰ ਹੀ ਆਪਣੇ ਆਪ ਤੇ ਹਾਵੀ ਕਰਕੇ ਕਿਵੇਂ ਉਸ ਤੋਂ ਨਿਕਲਣ ਦੀ ਕੋਸ਼ਿਸ਼ ਕੀਤੀ। ਉਹ ਇੱਕ ਸਾਈਕੈਟਰਿਸਟ ਦੇ ਨਾਲ ਸਾਰੀ ਕਹਾਣੀ ਹੈ ਰਿਲੇਟਡ ਹੈ, ਤੇ ਉਸ ਤੋਂ ਆਪਦੇ ਆਪ ਨੂੰ ਤੁਸੀਂ ਕਿਵੇਂ ਲੈ ਕੇ ਆਪਦੇ ਕਈ ਜ਼ਿੰਦਗੀ ਦੇ ਸਵਾਲਾਂ ਨੂੰ ਕਿਵੇਂ ਤੁਸੀਂ ਸੋਲਵ ਕਰ ਸਕਦੇ ਹੋ। ਸੋ ਉਹ ਵੀ ਕਿਤੇ ਨਾ ਕਿਤੇ ਮੈਡੀਕਲੀ ਮੈਂ ਉਹਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀਗੀ। ਬਹੁਤ ਲੋਕਾਂ ਨੇ ਪਸੰਦ ਕੀਤੀ ਜਦੋਂ ਪ੍ਰਤੀਲਿਪੀ ਤੇ ਸਟੋਰੀ ਆਈ। ਮੇਰੀ ਸਭ ਤੋਂ ਜ਼ਿਆਦਾ ਪੜ੍ਹਨ ਵਾਲੀ ਕਹਾਣੀ ਉਹੀ ਸੀਗੀ ਜੀ। ਤੇ ਹੋਰ ਵੀ ਕਈ ਕਹਾਣੀਆਂ ਨੇ ਜਿਹੜੀਆਂ ਉਹਦੇ ਨਾਲ ਰਿਲੇਟਡ ਹੁੰਦੀਆਂ, ਕਿਤੇ ਨਾ ਕਿਤੇ ਇੱਕ ਪ੍ਰੋਫੈਸ਼ਨਲ ਬੈਕਗ੍ਰਾਉਂਡ ਵੀ ਮੈਂ ਦੇਣ ਦੀ ਕੋਸ਼ਿਸ਼ ਕਰਦਾ। ਪਰ ਬਾਕੀ ਚੀਜ਼ ਹੁੰਦੀ ਹੈ ਕਿ ਦੇਖੋ, ਹਰ ਘਰ ਦੇ ਵਿੱਚ, ਹਰ ਸਿਚੁਏਸ਼ਨ ਦੇ ਵਿੱਚ ਕਿਤੇ ਨਾ ਕਿਤੇ ਹਰ ਐਸਪੈਕਟ ਹੁੰਦਾ ਹੀ ਹੁੰਦਾ ਹੈ। ਉਸੇ ਤਰ੍ਹਾਂ ਹੀ ਮੈਂ ਕਹਾਣੀ ਵਿੱਚ ਤੁਸੀਂ ਹਰ ਚੀਜ਼ ਨੂੰ ਬਹੁਤ ਜ਼ਿਆਦਾ ਇਲੈਬੋਰੇਟ ਨਹੀਂ ਕਰ ਸਕਦੇ। ਹੋ ਸਕਦਾ ਤੁਹਾਡਾ ਇੰਟਰਸਟ ਕਿਸੇ ਚੀਜ਼ ਨੂੰ ਲੈ ਕੇ ਹੋਰ ਹੋਵੇ, ਮੇਰਾ ਹੋਰ ਹੋਵੇ, ਸੋ ਉਸ ਚੀਜ਼ ਨੂੰ ਬੈਲੈਂਸ ਕਰਨਾ ਵੀ ਬਹੁਤ ਜ਼ਰੂਰੀ ਹੈ। ਤੇ ਇਸ ਤਰ੍ਹਾਂ ਹੈ ਕਿ ਇੱਕ ਪਾਸੜ ਤਾਂ ਨਹੀਂ ਇਹ ਕਿ ਤੁਹਾਨੂੰ ਉਹਨਾਂ ਹੁੰਗਾਰਾ ਨਹੀਂ ਮਿਲ ਰਿਹਾ, ਪਰ ਤੁਸੀਂ ਕਿਉਂਕਿ ਤੁਹਾਡਾ ਸ਼ੌਕ ਹੈ ਜਾਂ ਤੁਹਾਨੂੰ ਕਹਾਣੀ ਔੜਦੀ ਹੈ ਤੇ ਤੁਸੀਂ ਉਹ ਜਾ ਰਹੇ ਹੋ, ਮਤਲਬ ਪਾਠਕਾਂ ਦਾ ਕਿੰਨਾ ਕੁ ਤੁਹਾਡੇ ਪ੍ਰਤੀ ਇਹ ਰਿਹਾ? ਦੇਖੋ, ਪਹਿਲੀ ਬੁੱਕ ਜਦੋਂ ਮੈਂ ਲਿਖੀ, ਜਦੋਂ ਮੈਂ ਕਹਾਣੀਆਂ ਪ੍ਰਤੀਲਿਪੀ ਤੇ ਪਾਈਆਂ, ਤਾਂ ਮੈਨੂੰ ਬਹੁਤ ਤਰ੍ਹਾਂ ਦੇ ਲੋਕ ਮਿਲੇ। ਕ੍ਰਿਟਿਕਸ ਵੀ ਹੈਗੇ ਸੀਗੇ, ਪਰ ਕ੍ਰਿਟਿਕਸ ਨਾਲੋਂ ਜ਼ਿਆਦਾ ਲੋਕ ਨੂੰ ਪਸੰਦ ਆਉਣਾ ਸ਼ੁਰੂ ਹੋਇਆ। ਥੋੜਾ ਜਿਹਾ ਵੇ ਡਿਫਰੈਂਟ ਸੀ ਮੇਰਾ ਲਿਖਣ ਦਾ। ਇੱਕ ਕਈਆਂ ਨੂੰ ਲੱਗਦਾ ਸੀ ਕਿ ਜਦੋਂ ਅਸੀਂ ਕਹਾਣੀ ਪੜ੍ਹਦੇ ਸਾਨੂੰ ਐਂ ਲੱਗਦਾ ਸਾਡੀਆਂ ਅੱਖਾਂ ਸਾਹਮਣੇ ਹੀ ਵਾਪਰ ਰਹੀ ਹੈ, ਉਹ ਚੀਜ਼ ਨੂੰ ਹੋ ਰਹੀ ਹੈ, ਇੱਕ ਸੌਰਟ ਆਫ ਫਿਲਮ ਦੀ ਛੋਟੀ ਜਿਹੀ ਕਰਕੇ। ਰਹੀ ਗੱਲ ਪਬਲਿਸਿਟੀ ਦੀ, ਬੈਕਗ੍ਰਾਉਂਡ ਮੇਰੀ ਇੱਕ ਲਿਟਰੇਚਰ ਦੀ ਨਾ ਹੋਣ ਕਰਕੇ ਤੇ ਮੈਨੂੰ ਜ਼ਿਆਦਾ ਇਸ ਬਾਰੇ ਪਤਾ ਵੀ ਨਹੀਂ ਸੀਗਾ, ਨਾ ਕਿਸੇ ਮੇਰੇ ਨਿਊਜ਼ਪੇਪਰ ਵਾਲਿਆਂ ਨਾਲ, ਨਾ ਕੋਈ ਮੈਗਜ਼ੀਨ ਜਾਂ ਕੋਈ ਇਹੋ ਜਿਹੇ ਸੋਸ਼ਲ ਜਾਂ TV ਚੈਨਲ ਵਾਲਿਆਂ ਨਾਲ ਵੀ ਕੋਈ ਇਸ ਤਰ੍ਹਾਂ ਦਾ ਨਹੀਂ ਸੀ ਕਿ ਕੋਈ ਮੇਰੀ ਬੁੱਕ ਰਿਵਿਊ ਕਰਦੇ। ਤੇ ਅੱਜ ਕੱਲ੍ਹ ਤੁਸੀਂ ਦੇਖੋ, ਮਤਲਬ ਕਿ ਇੰਨੇ ਜ਼ਿਆਦਾ ਕਰਾਊਡ ਦੇ ਵਿੱਚ ਹਰ ਤਰ੍ਹਾਂ ਦੇ ਤੁਹਾਨੂੰ ਕਲਾਕਾਰ ਵੀ ਮਿਲਣਗੇ, ਤੇ ਹਰ ਚੀਜ਼ ਆਪਣੇ ਆਪ ਨੂੰ ਅੱਗੇ ਫੋਰਫਰੰਟ ਰੱਖਣਾ ਕੋਈ ਸੌਖੀ ਗੱਲ ਨਹੀਂ ਹੈ। ਸੋ ਉਹ ਇੱਕ ਕਿਤੇ ਨਾ ਕਿਤੇ ਡਰਾਬੈਕ ਰਿਹਾ। ਬਾਕੀ ਮੇਰੇ ਕੋਲ ਇੰਨਾ ਟਾਈਮ ਆਪ ਵੀ ਨਹੀਂ ਮੈਂ ਇਹਦੇ ਤੇ ਡਿਵੋਟ ਕੀਤਾ ਕਿ ਮੈਂ ਜਗ੍ਹਾ ਜਗ੍ਹਾ ਤੇ ਜਾਵਾਂ। ਰਿਲੀਜ਼ ਕਰਨਾ ਚਾਹੁੰਦਾ ਸੀ ਮੈਂ ਬੁੱਕ ਨੂੰ, ਪਰ ਕੋਵਿਡ ਦੀ ਸਿਚੁਏਸ਼ਨ ਆ ਕੇ ਮੇਰਾ ਸਾਰਾ ਵਿੱਚ ਹੀ ਰਹਿ ਗਿਆ। ਸੋ ਹੁਣ ਜਿਹੜੀ ਨਵੀਂ ਬੁੱਕ ਆਊਗੀ ਮੇਰੀ, ਸਦਰਾਂ ਭਰਿਆ ਸੰਦੂਕ ਆ ਰਹੀ ਹੈ, ਉਹਨੂੰ ਜ਼ਰੂਰ ਕਰਾਂਗਾ ਪਬਲਿਸਾਈਜ਼, ਉਹਨੂੰ ਲਾਂਚ ਵੀ ਕਰਾਂਗੇ ਸੋ ਦੈਟ ਕਿ ਲੋਕਾਂ ਨੂੰ ਮੈਂ ਇਸ ਚੀਜ਼ ਬਾਰੇ ਦੱਸ ਸਕਾਂ। ਹੁਣ ਤੱਕ ਤਾਂ ਜਿੰਨਾ ਮੇਰਾ ਸੋਸ਼ਲ ਆਪਦੇ ਪ੍ਰੋਫਾਈਲਸ ਨੇ ਉਹਦੇ ਥਰੂ ਕਿੰਨੇ ਲੋਕਾਂ ਨੂੰ ਮੈਂ ਦੱਸਿਆ, ਜਾਂ ਉਹਨਾਂ ਨੇ ਅੱਗੇ ਬਹੁਤ ਕਈ ਹੈਗੇ ਸੀਗੇ ਜਿਨ੍ਹਾਂ ਨੇ ਅੱਗੇ ਹੈਲਪ ਆਊਟ ਵੀ ਕੀਤੀ। ਈਵਨ ਕਿ ਕੈਨੇਡਾ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜੇ ਹੁੰਦੇ ਸੀ ਅੱਗੇ, ਅੱਜ ਕੱਲ੍ਹ ਕੀ ਹੈ ਕਿ ਤੁਸੀਂ WhatsApp ਤੇ ਭੇਜ ਦਿਓ ਜਾਂ ਉਹਨਾਂ ਸੋਸ਼ਲ ਤੇ ਭੇਜ ਦਿਓ। ਬੁੱਕ ਦਾ ਕਰੇਜ਼ ਥੋੜਾ ਜਿਹਾ ਉਸ ਲੈਵਲ ਤੱਕ ਹਜੇ ਉਦੋਂ ਹੋਇਆ ਨਹੀਂ ਸੀ, ਤੇ ਲੋਕਾਂ ਨੇ ਕਈਆਂ ਨੇ ਕਹਾਣੀਆਂ ਪੜ੍ਹੀਆਂ ਸੀ ਤਾਂ ਬੁੱਕ ਵੱਲ ਜ਼ਿਆਦਾ ਡੈਵੀਏਟ ਨਹੀਂ ਹੋਏ। ਸੋ ਉਹ ਕਿਤੇ ਨਾ ਕਿਤੇ ਇੱਕ ਲੈਕੂਨਾ ਰਿਹਾ, ਮੈਂ ਅੱਜ ਵੀ ਮਹਿਸੂਸ ਕਰਦਾ। ਸੋ ਹੁਣ ਟਰਾਈ ਕਰਦਾ ਕਿਤੇ ਨਾ ਕਿਤੇ ਆਪਦੇ ਆਪ ਨੂੰ ਤੇ ਆਪਦੀਆਂ ਕਹਾਣੀਆਂ ਨੂੰ, ਲਿਖਤਾਂ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਲਈ। ਡਾਕਟਰ ਸਾਹਿਬ, ਆਮ ਤੌਰ ਤੇ ਨਾ ਅਸੀਂ ਸਾਰੇ ਹੀ ਇਹ ਹੁੰਦਾ ਕਿ ਮੁਲਾਂਕਣ ਕਰਦੇ ਆ ਜਾਂ ਕੰਪੈਰੀਜ਼ਨ ਕਰਦੇ ਆ। ਹੁਣ ਜਿਵੇਂ ਤੁਹਾਡੀ ਪਹਿਲੀ ਬੁੱਕ ਆ ਚੁੱਕੀ ਹੈ, ਉਦੋਂ ਜਿਹੜੀਆਂ ਤੁਸੀਂ ਹੁਣ ਛਪਾਈ ਦੀ ਨਾ ਜਿਹੜੀ ਤੁਹਾਡੀ ਬੁੱਕ, ਉਹਦੇ ਨਾਲ ਜਦੋਂ ਤੁਸੀਂ ਦੇਖਦੇ ਆ, ਕੰਪੈਰੀਜ਼ਨ ਕਰਦੇ ਹੋ, ਤਾਂ ਕਿਵੇਂ ਲੱਗਦਾ ਹੈ ਕਿ ਥੋੜਾ ਅਪ ਹੋਏ ਆ ਜਾਂ ਬਰਾਬਰ ਰਹੇ ਆ, ਜਾਂ ਉਹਦੇ ਵਿੱਚ ਹੋਰ ਜਿਹੜੇ ਐਸਪੈਕਟ ਹੈਗੇ ਆ ਲਾਈਫ ਦੇ ਉਹ ਲਿਆਉਣ ਦੀ ਕੋਸ਼ਿਸ਼ ਕੀਤੀ? ਮੈਨੂੰ ਲੱਗਿਆ ਕਿ ਸ਼ਾਇਦ ਮੇਰੀ ਜਿਹੜੀ ਸੈਕਿੰਡ ਬੁੱਕ ਹੈ, ਮੈਂ ਤਾਂ ਬਹੁਤ ਜ਼ਿਆਦਾ ਸੈਂਟਰਲਾਈਜ਼ਡ ਹੋ ਗਿਆ। ਜਿਹੜੀ ਮੈਂ ਪਹਿਲੀ ਲਿਖੀ ਸੀ ਉਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਇਸ਼ੂਜ਼ ਹੈਗੇ ਸੀਗੇ। ਅੱਛਾ, ਉਸ ਤੋਂ ਬਾਅਦ ਮੇਰਾ ਕਈ ਚੀਜ਼ਾਂ ਨੂੰ ਕਿਤੇ ਨਾ ਕਿਤੇ ਥੋੜਾ ਜਿਹਾ ਮੈਂ ਇਸ ਬੁੱਕ ਦੀਆਂ ਜਿਵੇਂ ਕਲਰਸ ਇਹਦੇ ਚ ਭਰੇ ਸੀ ਕਹਾਣੀਆਂ ਦੇ ਵੀ, ਇੱਕ ਇੱਕ ਐਸਪੈਕਟ ਨੂੰ ਲੈ ਕੇ। ਜਿਵੇਂ ਦੇਖੋ ਤੁਸੀਂ ਇਹਦੇ ਵਿੱਚ ਤੁਹਾਨੂੰ ਮਾਡਰਨ ਕਲਚਰ ਵੀ ਮਿਲੂਗਾ, ਪੁਰਾਣੇ ਟਾਈਮ ਦੀਆਂ ਜਿਹੜੀਆਂ ਮੁਗਲ ਟਾਈਮ ਮੈਂ ਤੁਹਾਨੂੰ ਜਿਵੇਂ ਦੱਸ ਰਿਹਾ ਸੀ ਉਸ ਟਾਈਮ ਦਾ ਵੀ ਹੈਗਾ ਸੀਗਾ। ਪਰ ਉਸ ਤੋਂ ਬਾਅਦ ਜਿਹੜਾ ਇੱਕ ਪੰਜਾਬੀ ਟੱਚ ਨੂੰ ਲੈ ਕੇ ਮੈਂ ਜ਼ਿਆਦਾ, ਜਿਹੜੀ ਪ੍ਰੈਜ਼ੈਂਟ ਬੁੱਕ ਹੈ ਤਾਂ ਹੀ ਉਹਦਾ ਨਾਂ ਹੀ ਸਦਰਾਂ ਭਰਿਆ ਸੰਦੂਕ ਹੈ, ਕਿਤੇ ਨਾ ਕਿਤੇ ਉਹ ਬਹੁਤ ਜ਼ਿਆਦਾ ਫੋਕਸਡ ਸਾਡੇ ਕਲਚਰ ਤੇ ਉਹਨਾਂ ਨੂੰ ਲੈ ਕੇ ਜ਼ਿਆਦਾ ਹੈਗੀ ਹੈ। ਕੁਛ ਐਸਪੈਕਟ ਉਹਦੇ ਵਿੱਚ ਰੱਖਿਆ। ਉਹਦੇ ਵਿੱਚ ਇੱਕ ਕਹਾਣੀ ਹੈ ਖੈਰ ਸੁੱਖ ਕਹਾਣੀ ਹੈ ਜਿਹੜੀ, ਉਹ ਕਿਤੇ ਨਾ ਕਿਤੇ ਹਰ ਚੀਜ਼ ਨੂੰ ਕੰਪਾਈਲ ਕਰ ਰਿਹਾ, ਜਿਹਦੇ ਕੁਝ ਸੋਸ਼ਲ ਇਸ਼ੂ ਮੈਂ ਜਿਹੜੀ ਸਦਰਾਂ ਭਰੇ ਸੰਦੂਕ ਵਿੱਚ ਜ਼ਿਆਦਾ ਹਾਈਲਾਈਟ ਕੀਤੇ ਹਰਫਾਂ ਵਿਚਲੀ ਖਾਮੋਸ਼ੀ ਨਾਲ। ਡਾਕਟਰ ਸਾਹਿਬ,
ਜਦੋਂ ਕਹਾਣੀ ਸਿਰਜਦੇ ਹੋ ਤੁਸੀਂ ਤਾਂ ਜਿਹੜੇ ਪਾਤਰ ਲੈਂਦੇ ਹੋ ਉਹ ਉਹਨਾਂ ਦੇ ਵਿੱਚ ਇਮੈਜੀਨੇਸ਼ਨ ਕਿੰਨੀ ਹੁੰਦੀ ਹੈ, ਰੀਅਲ ਮਤਲਬ ਸਮਾਜ ਚੋਂ ਕਿੰਨੇ ਕੁ ਲੈਂਦੇ, ਉਹਨਾਂ ਦੀ ਰੇਸ਼ੋ ਕਿੰਨੀ ਕੁ ਹੈ? ਦੇਖੋ ਜਿਹੜੇ ਪਾਤਰ ਹੈ, ਇੰਸਪੀਰੇਸ਼ਨ ਮੇਰਾ ਇੱਕ ਰੀਅਲ ਸਟੋਰੀ ਤੋਂ ਹੀ ਹੁੰਦਾ ਹੈ। ਰੀਅਲ ਹੀ ਕਰੈਕਟਰ ਜਿਹੜਾ ਤੁਸੀਂ ਇਹ ਕਹਿ ਲਓ ਕਿ 50 ਤੇ 40 ਦੇ, ਜਾਂ ਤੁਸੀਂ ਇਹ ਕਹਿ ਲਓ 50-50 ਦੇ ਵਿੱਚ ਵੀ ਕਹਿ ਸਕਦੇ ਹੋ, ਬਟ ਮੈਜੋਰਿਟੀ ਮੇਰੇ ਜਿਹੜੇ ਕਰੈਕਟਰਸ ਨੇ ਸਾਰੇ ਰੀਅਲ ਹੀ ਹੁੰਦੇ ਆ। ਉਹਨਾਂ ਚੋਂ ਮੇਨ ਜਿਹੜਾ ਪਾਰਟ ਹੁੰਦਾ ਹੈ ਉਹ ਰੀਅਲ, ਤੇ ਬਾਕੀ ਉਹਦੇ ਨਾਲ ਰਿਲੇਟਡ ਜਿਹੜੇ ਫਿਕਸ਼ਨਸ ਮੇਰੇ ਆਪ ਦੇ ਵਿੱਚ ਐਡ ਕੀਤੇ ਹੁੰਦੇ ਆ। ਮੇਨ ਹੁੰਦੀ ਹੈ ਸਿਚੁਏਸ਼ਨ ਕਿ ਮੈਂ ਉਸ ਕਹਾਣੀ ਤੋਂ ਮੈਸੇਜ ਕੀ ਹੈ। ਕਹਾਣੀ ਲਿਖਣ 'ਚ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਮੈਂ ਕੋਈ ਸਟੋਰੀ ਲਿਖਣੀ ਹੁੰਦੀ ਹੈ ਨਾ, ਮੈਨੂੰ ਉਹਦਾ ਐਂਡ ਪਹਿਲਾਂ ਹੀ ਪਤਾ ਹੋ ਜਾਂਦਾ। ਬਸ ਬਿਗਨਿੰਗ ਤੇ ਐਂਡ ਦੋ ਚੀਜ਼ਾਂ ਮੈਂ ਪਹਿਲਾਂ ਡਿਸਾਈਡ ਕਰ ਲੈਣਾ, ਉਸ ਤੋਂ ਬਾਅਦ ਉਹਨੂੰ ਕਿਵੇਂ ਫਰੇਮ ਅਪ ਕਰਕੇ ਸਾਹਮਣੇ ਲੈ ਕੇ ਆਉਣਾ। ਸੋ ਮੈਜੋਰਿਟੀ ਮੇਰੀ ਕੋਸ਼ਿਸ਼ ਜਿਹੜੀ ਇਹੀ ਰਹੀ ਹੈ ਕਿ ਮੈਂ ਰਿਐਲਿਟੀ ਨੂੰ ਕਿਸ ਲੈਵਲ ਤੱਕ ਐਕਸਪਲੇਨ ਕਰ ਸਕਾਂ ਤੇ ਉਹਨੂੰ ਫਰੇਮ ਆਊਟ ਕਰ ਸਕਾਂ। ਜ਼ਿਆਦਾ ਚੀਜ਼ਾਂ ਮੈਂ ਕੁਦਰਤ ਦੇ ਨਾਲ ਬਹੁਤ ਰਿਲੇਟ ਕਰਨ ਦੀ ਕੋਸ਼ਿਸ਼ ਕਰਦਾ, ਜਿਹੜਾ ਕਿ ਅੱਜ ਕੱਲ੍ਹ ਬਹੁਤ ਇੰਪੋਰਟੈਂਟ ਹੈ। ਲੋਕਾਂ ਦਾ ਉਸ ਪੱਖੋਂ ਬਹੁਤ ਹੀ ਅਵੇਸਲਾਮਨ ਹੋ ਰਿਹਾ, ਕਿਉਂਕਿ ਅਸੀਂ ਡਿਜੀਟਾਈਜੇਸ਼ਨ ਦੇ ਵਿੱਚ ਹੋਈ ਇੰਨੇ ਜ਼ਿਆਦਾ, ਖੁਦ ਵੀ ਇੰਨੇ ਜ਼ਿਆਦਾ ਮਟੀਰੀਅਲਿਸਟਿਕ ਹੋ ਰਹੇ ਹਾਂ ਕਿ ਉਸ ਚੀਜ਼ ਤੋਂ ਬਿਲਕੁਲ ਹੀ ਪਰਾਂ ਜਾ ਰਹੇ ਹਾਂ। ਸੋ ਕਿਤੇ ਨਾ ਕਿਤੇ ਕੁਦਰਤ ਤਾਂ ਹੈ ਹੀ, ਤੁਹਾਨੂੰ ਪਤਾ ਨੈਚੁਰਲ ਹੈ, ਤਾਂ ਉਹ ਰੀਅਲ ਹੀ ਹੈ, ਫਿਕਸ਼ਨ ਹੋ ਹੀ ਨਹੀਂ ਸਕਦੀ ਹੈ। ਸੋ ਮੈਜੋਰਿਟੀ ਜਿਹੜੀ ਚੀਜ਼ ਹੈ ਮੇਰੀ ਉਹਦੇ ਉਸੇ ਪਾਸੇ ਝੁਕਾਵ ਹੁੰਦਾ ਜ਼ਿਆਦਾ, ਕਿ ਕਿੰਨਾ ਮੈਂ ਰੀਅਲ ਕਰੈਕਟਰ ਨੂੰ ਹੀ ਐਕਸਪਲੇਨ ਕਰ ਸਕਾਂ। ਫਿਕਸ਼ਨਸ ਕਿਤੇ ਨਾ ਕਿਤੇ ਮੈਂ ਜਿਸ ਜਗ੍ਹਾ ਤੇ ਮੈਨੂੰ ਲੱਗਦਾ ਕਿ ਨਹੀਂ ਕੋਈ ਇੱਕ ਇਹੋ ਜਿਹਾ ਕਰੈਕਟਰ ਮੈਂ ਸੋਚ ਸਕਦਾ ਸੀ ਕਿ ਵਿੱਚ ਇਵੇਂ ਹੋਣਾ ਚਾਹੀਦਾ, ਤਾਂ ਉਹਨੂੰ ਮੈਂ ਜ਼ਰੂਰ ਇੱਕ ਇਮੈਜੀਨੇਸ਼ਨ ਦੀ ਸ਼ੋਅ ਕਰਦਾ। ਡਾਕਟਰ ਸਾਹਿਬ, ਆਮ ਕਿਹਾ ਜਾਂਦਾ ਹੈ ਕਿ ਥੋੜਾ ਜਿਹਾ ਲਿਖਣ ਲਈ ਬਹੁਤ ਸਾਰਾ ਪੜ੍ਹਨਾ ਪੈਂਦਾ। ਹਾਂਜੀ, ਤੁਸੀਂ ਕਿੰਨਾ ਕੁ ਪੜ੍ਹਦੇ ਹੋ ਤੇ ਕਿਵੇਂ ਮੈਨੇਜ ਕਰਦੇ? ਬਿਲਕੁਲ ਵੀ ਨਹੀਂ ਪੜ੍ਹਦਾ। ਮੈਂ ਤਾਂ ਰੂਟੀਨ 'ਚ ਜੋ ਹੁੰਦਾ ਜਾਂ ਜੋ ਮੈਨੂੰ ਲੱਗਦਾ, ਮੈਂ ਤੁਹਾਨੂੰ ਦੱਸਿਆ ਨਾ, ਜਦੋਂ ਦਾ ਮੈਂ ਲਿਖਣ ਲੱਗਾ ਮੈਨੂੰ ਐਂ ਲੱਗਦਾ ਮੇਰੇ ਆਸੇ ਪਾਸੇ ਕਹਾਣੀਆਂ ਹੀ ਫਿਰਦੀਆਂ ਵੀ ਮੇਰੇ ਕੋਲੇ ਹੁਣ ਖੁਦ ਨਹੀਂ ਇਹ ਹੁੰਦਾ ਵੀ ਟਾਈਮ ਵੀ ਮੈਂ ਕਿਹੜੀ ਪ੍ਰੈਜ਼ੈਂਟਲੀ ਤੁਸੀਂ ਮੰਨੋਗੇ ਨਹੀਂ, ਸੈਕਿੰਡ ਬੁੱਕ ਮੇਰੀ ਆ ਗਈ ਹੈ ਤੇ 4 ਕਹਾਣੀਆਂ ਆਲਰੇਡੀ ਮੇਰੀਆਂ ਪਾਈਪਲਾਈਨ ਚੱਲਦੀਆਂ ਪਈਆਂ। ਤੇ ਜਦ ਕਿ ਮੈਂ ਇਹ ਸੋਚਿਆ ਸੀ ਵੀ ਆਹ ਸੈਕਿੰਡ ਪੰਜਾਬੀ ਲਿਖੇ, ਹੁਣ ਮੈਂ 2 ਸਾਲ ਕੋਈ ਬੁੱਕ ਨਹੀਂ ਪਬਲਿਸ਼ ਕਰਨੀ। ਸੋ ਕਿਤੇ ਨਾ ਕਿਤੇ ਜਿਹੜੀ ਚੀਜ਼ ਮੈਨੂੰ ਲੱਗਦੀ ਹੈ ਸ਼ੁਰੂ ਕਰ ਲੈਣਾ, ਫਿਰ ਉਹ ਹੌਲੀ ਹੌਲੀ ਟਾਈਮ ਲੱਗ ਜਾਂਦਾ। ਜਿਵੇਂ ਸਾਲ ਲੱਗ ਗਿਆ ਇਸ ਨਵੀਂ ਬੁੱਕ ਨੂੰ ਵੀ ਆਉਣ ਲਈ, ਇਹਨੂੰ ਤਾਂ 2-3 ਸਾਲ ਲੱਗੇ ਜਦੋਂ ਤੱਕ ਕੰਪਾਈਲ ਕਰਨਾ। ਬਹੁਤ ਟਾਈਮ ਕਿਤੇ ਨਾ ਕਿਤੇ ਲਿਖ ਲਈ, ਮਨ 'ਚ ਆਇਆ ਥੋੜਾ ਮੋਟਾ ਲਿਖ ਲਿਆ ਜਦੋਂ ਟਾਈਮ ਮਿਲਦਾ। ਬਾਕੀ ਗੱਲ ਹੈ ਟਾਈਮ ਤੇ ਬਹੁਤ ਡਿਪੈਂਡ ਕਰਦਾ, ਜਿਵੇਂ ਤੁਹਾਡਾ ਪ੍ਰੋਫੈਸ਼ਨਲ ਸ਼ਡਿਊਲ ਹੁੰਦਾ, ਕਈ ਵਾਰੀ ਟਾਈਮ ਹੁੰਦਾ ਵੀ 3-3 4-4 ਮਹੀਨੇ ਵੀ ਕੁਛ ਨਹੀਂ ਲਿਖਿਆ ਜਾਂਦਾ। ਪਰ ਹੁਣ ਹੁੰਦਾ ਕਿ ਕਿਤੇ ਨਾ ਕਿਤੇ ਆਪਦੇ ਆਪ ਨੂੰ ਲੋਕਾਂ ਸਾਹਮਣੇ ਲਿਆਉਣ ਲਈ, ਫਿਰ ਕਹਾਣੀ ਨਾ ਸਹੀ ਤਾਂ ਮੈਂ ਕਵਿਤਾ ਜਾਂ ਕੋਈ ਇਹੋ ਜਿਹੀ ਚੀਜ਼ ਜ਼ਰੂਰ ਦਿਨ ਤਿਉਹਾਰ ਤੇ ਤਾਂ ਜ਼ਰੂਰ ਲਿਖ ਕੇ ਪਾ ਹੀ ਦਿੰਦੇ। ਇਸ ਤਰ੍ਹਾਂ ਹੀ ਕਿ ਜਦੋਂ ਅਸੀਂ ਪ੍ਰੌੜ ਲੇਖਕਾਂ ਦੀ ਗੱਲ ਕਰਦੇ ਹਾਂ, ਉਹ ਬੜਾ ਕੁਛ ਕੱਢਦੇ ਆ, ਜਾਂ ਆਲੋਚਕਾਂ ਦੀ ਗੱਲ ਕਰਦੇ ਆ ਤਾਂ ਉਹ ਕਹਾਣੀਆਂ ਦੇ ਵਿੱਚੋਂ, ਸਾਹਿਤ ਦੇ ਵਿੱਚੋਂ ਬੜਾ ਕੁਛ ਅਲੱਗ-ਅਲੱਗ ਕਰਕੇ ਰੱਖ ਦਿੰਦੇ ਆ। ਪਹਿਲਾਂ ਮੋਟਾ ਛਾਣਨਾ, ਫਿਰ ਬਰੀਕ ਛਾਣਨਾ, ਫਿਰ ਬਰੀਕ ਛਾਣਨਾ। ਤੁਸੀਂ ਜਾਂ ਆਲੋਚਕਾਂ ਦਾ ਤੁਹਾਡੇ ਪ੍ਰਤੀ ਕਿਸ ਤਰ੍ਹਾਂ ਦਾ ਰਿਹਾ, ਜਾਂ ਆਲੋਚਕ ਨੂੰ ਕਿਸੇ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿਤਾਬ ਕਿ ਉਹ ਤੁਹਾਨੂੰ ਦੱਸ ਸਕੇ ਕਿ ਇਹਦੇ ਵਿੱਚ ਇਹ ਥੋੜਾ ਜਿਹਾ ਹੋਰ ਪੈਣਾ ਚਾਹੀਦਾ ਹੈ ਨਾ, ਲੂਣ ਮਿਰਚ ਹੋਰ ਪੈਣਾ ਚਾਹੀਦਾ, ਉਹ ਕੁਛ ਤਰ੍ਹਾਂ ਇਸ ਤਰ੍ਹਾਂ ਦਾ ਐਕਸਪੀਰੀਅੰਸ ਹੋਇਆ? ਉਹਦੇ 'ਚ ਤੁਹਾਨੂੰ ਦੱਸਦੇ, ਜਦੋਂ ਮੈਂ ਹਜੇ ਲਿਖੀ ਸੀ ਪਹਿਲੀ ਕਹਾਣੀ ਆਪਣੀ ਮਲਾਲ, ਇਸ ਵਿੱਚ ਹੈ, ਤੇ ਮੇਰੇ ਜਿਹੜੇ PhD ਦੇ ਗਾਈਡ ਹੈ ਡਾਕਟਰ SP ਸਿੰਘ, ਉਹਨਾਂ ਦੀ ਵਾਈਫ ਮਿਸਿਸ ਨਰਿੰਦਰਜੀਤ ਕੌਰ ਨੇ, ਉਹ ਵੀ ਬਹੁਤ ਕਾਫੀ ਵਧੀਆ ਰਾਈਟਰ ਨੇ, ਪਟਿਆਲੇ ਤੋਂ, ਮੈਡਮ ਇੰਗਲਿਸ਼ 'ਚ ਲਿਖਦੇ ਨੇ ਜੀ। ਮੈਂ ਨਾ ਕਿਤੇ PDF ਜਿਵੇਂ ਭੇਜਤੀ ਉਹਨਾਂ ਨੂੰ ਵੀ, ਹੈ ਨਾ, ਤੇ ਮੈਜੋਰਿਟੀ ਮੈਨੂੰ ਉਸ ਦਿਨ ਬਹੁਤ ਕੰਪਲੀਮੈਂਟ ਆਏ ਸਾਰਿਆਂ ਨੇ, ਜਿਨ੍ਹਾਂ ਨੇ ਵੀ ਪੜ੍ਹੀ, ਹੈ ਨਾ। ਅੱਛਾ, ਹੁਣ ਕਈ ਹਰੇਕ ਦਾ ਮੋਟਿਵ ਇੱਕ ਕਾਮਨ ਮੈਂ ਇਹੀ ਸੋਚਦਾ ਵੀ ਹਾਂ ਕਹਾਣੀ ਬਹੁਤ ਸੋਹਣੀ ਹੈ, ਪੜ੍ਹ ਲਈ, ਕਰ ਲਈ, ਉਹਨਾਂ ਨੇ ਕੋਈ ਇਹ ਨਹੀਂ ਦੇਖਿਆ। ਤੇ ਜਦੋਂ ਮੈਡਮ ਦਾ ਮੈਨੂੰ ਫੋਨ ਆਇਆ ਤਾਂ ਮੈਂ ਬੜਾ ਨਾ ਚੱਕਿਆ ਨਹੀਂ ਸੀ ਅਜੇ ਫੋਨ, ਮੈਂ ਖੁਸ਼ ਹੋਇਆ ਕਿ ਚੱਲ ਮੈਮ ਦਾ ਵੀ ਮੈਨੂੰ ਵਧਾਈਆਂ ਦੇਣ ਲਿਓ। ਮੈਡਮ ਨੇ ਤਾਂ ਮੇਰੀ ਕਹਾਣੀ ਨੂੰ ਬਿਲਕੁਲ ਹੀ ਚੀਰਤਾ। ਅਜੀਤ ਭਲਾ ਹੀ ਲਿਖੀ ਦੀ ਹੈ ਕਹਾਣੀ, ਇਹ ਵੀ ਲਿਖੀ ਦੀ ਹੈ, ਤੂੰ ਲਿਟਰੇਚਰ ਲਿਖਣਾ ਚਾਹੁੰਦਾ, ਹਜੇ ਤੈਨੂੰ ਪਤਾ ਨਹੀਂ, ਆਹ ਨਹੀਂ ਹੈ ਕਹਾਣੀ ਸ਼ੁਰੂ ਇਸ ਤਰ੍ਹਾਂ ਹੋਣੀ ਚਾਹੀਦੀ ਹੈ, ਇਹ ਹੋਣਾ ਚਾਹੀਦੀ ਹੈ, ਬਹੁਤ ਗਲਤੀਆਂ। ਅੱਛਾ, ਉਹ ਜਿਹੜੀਆਂ ਕ੍ਰਿਟਿਕਸ ਮੈਮ ਨੇ ਕੱਢੀਆਂ ਨਾ, ਮੈਨੂੰ ਕੁਛ ਟਾਈਮ ਲਈ ਬਹੁਤ ਬੁਰੀਆਂ ਲੱਗੀਆਂ, ਥੋੜੇ ਟਾਈਮ ਲਈ। ਮੈਂ ਇੰਨੀ ਮਿਹਨਤ ਕਰਕੇ ਇੱਕ ਕਹਾਣੀ ਲਿਖੀ ਤੇ ਬਿਲਕੁਲ ਹੀ ਡਿਸਕਰੇਜ ਹੀ ਕਰਤਾ ਵੀ ਉਹ ਹੈ। ਪਰ ਫਿਰ ਮੈਂ ਨੈਕਸਟ ਸਟੋਰੀ ਜਿਹੜੀ ਲਿਖੀ, ਜਿਵੇਂ ਉਹਨਾਂ ਨੇ ਜੋ ਪੁਆਇੰਟ ਲਏ ਸੀ ਨਾ, ਮੈਨੂੰ ਦੱਸੇ ਸੀ ਕਿ ਨਹੀਂ, ਸਟੋਰੀ ਸ਼ੁਰੂ ਕਰਨ ਦਾ ਇੱਕ ਵੇ ਆਏ ਹੁੰਦਾ ਵੀ ਜ਼ਰੂਰੀ ਨਹੀਂ ਵੀ ਤੁਸੀਂ ਜਿਵੇਂ ਮਰਜ਼ੀ ਲਿਖੀ ਜਾਓ। ਉਹਨਾਂ ਨੇ ਉਹ ਇੱਕ ਲਿਖੀ ਤੇ ਉਸ ਤੋਂ ਬਾਅਦ ਮੈਨੂੰ ਉਹਨੇ ਬਹੁਤ ਹੈਲਪ ਆਊਟ ਕੀਤੀ। ਤਾਂ ਉਸ ਟਾਈਮ ਮੈਂ ਸੋਚਿਆ ਵੀ ਇੱਕ ਕ੍ਰਿਟਿਕਸ ਹੈ ਜਿਹੜਾ ਨਾ, ਐਕਚੁਅਲੀ ਹੀ ਤੁਹਾਨੂੰ ਸ਼ੇਪ ਅਪ ਹੀ ਉਹ ਕਰਦਾ ਹੈ
ਜਦ ਕਿ ਮੈਂ ਉਦੋਂ ਇਹ ਸੋਚ ਰਿਹਾ ਸੀ ਵੀ 100 ਜਣੇ ਨੇ ਤਾਂ ਮੈਨੂੰ ਬੜੀਆਂ ਤਾਰੀਫਾਂ ਕੀਤੀਆਂ ਤੇ ਵਿੱਚ ਇੱਕ ਜਣੇ ਬੰਦੇ ਨੇ ਤਾਂ ਮੇਰੀਆਂ ਸਾਰੀਆਂ ਤਾਰੀਫਾਂ ਦੀ ਖਤਮ ਕਰਤੀਆਂ, ਵੀ ਮੇਰਾ ਮੂਡ ਹੀ ਉਸ ਤਰ੍ਹਾਂ ਦਾ ਹੋ ਗਿਆ ਵੀ ਮੈਂ ਕਿਹਾ ਨਹੀਂ ਮੈਂ ਤਾਂ ਹੁਣ ਲਿਖਣਾ ਹੀ ਨਹੀਂ। ਪਰ ਨਹੀਂ, ਮੈਂ ਫਿਰ ਵੀ ਉਸ ਚੀਜ਼ ਨੂੰ ਲੈ ਕੇ ਜਦੋਂ ਦੁਬਾਰਾ ਮੈਂ ਉਹਨਾਂ ਨੂੰ ਕਹਾਣੀ ਭੇਜੀ ਤਾਂ ਬੜੇ ਖੁਸ਼ ਹੋਏ। ਉਹਨਾਂ ਦਾ ਫੋਰਵਰਡ ਵੀ ਲਿਆ ਸੀ ਮੈਂ ਉਹਨਾਂ ਦੇ ਵਿੱਚ, ਤਾਂ ਬਹੁਤ ਵਧੀਆ ਉਹਨਾਂ ਨੇ। ਸੋ ਐਕਚੁਅਲ ਕਹਾਣੀਆਂ ਦੇ ਪਾਸੇ ਮੈਨੂੰ ਸ਼ੇਪ ਅਪ ਤੇ ਉਹਨੂੰ ਕਿਵੇਂ ਹੋਰ ਨਿਖਾਰਨਾ, ਇਹ ਮੈਂ ਇਹਨਾਂ ਦਾ ਕ੍ਰੈਡਿਟ ਮੈਡਮ ਨਰਿੰਦਰਜੀਤ ਕੌਰ ਨੂੰ ਹੀ ਦਊਂਗਾ ਵੀ ਬਹੁਤ ਵਧੀਆ ਉਹਨਾਂ ਨੇ ਮੈਨੂੰ ਇਸ ਐਸਪੈਕਟ ਤੋਂ ਗਾਈਡ ਕੀਤਾ। ਉਹਨਾਂ ਦੀ ਨਾ ਉਹ ਟਰਾਂਸਲੇਟ ਬਹੁਤ ਕਰਦੇ ਨੇ ਸਟੋਰੀਜ਼, ਅੰਮ੍ਰਿਤਾ ਪ੍ਰੀਤਮ ਤੇ ਦਲੀਪ ਕੌਰ ਟਿਵਾਣਾ ਦੀਆਂ ਬਹੁਤ ਕਹਾਣੀਆਂ ਉਹਨਾਂ ਨੇ। ਕੁਛ ਉਹਨਾਂ ਨੇ ਕਿਤੇ ਨਾ ਕਿਤੇ ਮੇਰੀਆਂ ਕਹਾਣੀਆਂ ਦੀ ਇੱਕ ਲੋ ਨਾ ਉਹਨਾਂ ਦੀਆਂ ਰਾਈਟਿੰਗਸ ਤੋਂ ਵੀ ਲਈ ਮੈਂ, ਕਿਉਂਕਿ ਉਹ ਬਹੁਤ ਵਧੀਆ ਐਕਸਪਲੇਨ ਕਰਦੇ ਸੀ। ਮੈਡਮ ਅੰਮ੍ਰਿਤਸਰ ਗੁਰਦਾਸਪੁਰ ਤੋਂ ਬਿਲੋਂਗ ਕਰਦੇ ਸੀ ਤੇ ਉਹਨਾਂ ਦੀਆਂ ਸਿਸਟਰਸ ਨੂੰ ਲੈ ਕੇ ਉਹਨਾਂ ਨੇ ਬੜੇ ਆਪਦੇ ਐਕਸਪੀਰੀਅੰਸਿਸ ਆਰਟੀਕਲਸ ਉਹਨਾਂ ਦੇ ਹਿੰਦੁਸਤਾਨ ਟਾਈਮਸ 'ਚ ਆਉਂਦੇ ਨੇ, ਤਾਂ ਉਹਨਾਂ ਨੂੰ ਬਹੁਤ ਵਧੀਆ ਐਕਸਪਲੇਨ ਕਰਦੇ ਸੀਗੇ। ਤਾਂ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਮੈਂ ਵੀ ਐਂ ਲਿਖਿਆ ਕਰਾਂ। ਤਾਂ ਇੱਕ ਦੋ ਕਹਾਣੀਆਂ ਮੇਰੀਆਂ ਕਿਤੇ ਨਾ ਕਿਤੇ ਆਪਣੇ ਸੈਲਫ ਐਕਸਪੀਰੀਅੰਸਿਸ ਵੀ ਹੁੰਦੇ ਨੇ, ਜਿਵੇਂ ਤਸਕੀਨ ਮੈਂ ਦੱਸ ਰਿਹਾ ਸੀ, ਉਹ ਮੈਂ ਥੋੜਾ ਜਿਹਾ ਉਹਨਾਂ ਤੋਂ ਇੰਸਪਾਇਰ ਹੋ ਕੇ ਲਿਖੀ ਸੀਗੀ। ਬਾਕੀ ਬਹੁਤ ਉਹਨਾਂ ਨੇ ਮੈਨੂੰ ਇਸ ਚੀਜ਼ ਤੋਂ ਹੈਲਪ ਆਊਟ ਕਰਕੇ ਸ਼ਾਇਦ ਕਿਤੇ ਨਾ ਕਿਤੇ ਜੇ ਮੇਰੀਆਂ ਬੁੱਕਸ ਆਈਆਂ, ਬੁੱਕਸ ਵੀ ਉਹਨਾਂ ਨੇ ਪਬਲਿਸ਼ਰ ਮੈਨੂੰ ਦੱਸਿਆ ਸੀ ਪਹਿਲਾਂ, ਜਿਹੜਾ ਉਹਨਾਂ ਦੀਆਂ ਬੁੱਕਸ ਜਿੱਥੋਂ ਪਬਲਿਸ਼ ਕਰਾਉਂਦੇ ਸੀ ਮੈਂ ਉੱਥੋਂ ਹੀ ਕਰਾਈ। ਮੈਂ ਤਾਂ ਤੁਸੀਂ ਮੰਨੋਗੇ ਨਹੀਂ, ਜਦੋਂ ਬੁੱਕਸ ਪਬਲਿਸ਼ ਕਰਾ ਕੇ ਵੀ ਮੈਂ ਕਈ ਆਥਰ ਭੇਜੀਆਂ ਪ੍ਰਿੰਟਿੰਗ ਨੂੰ, ਬਹੁਤ ਕਿਸੇ ਨੇ ਨਹੀਂ ਮੈਨੂੰ ਹਾਂ ਕੀਤੀ ਸੀ। ਤਾਂ ਫਿਰ ਜਦੋਂ ਆਥਰ ਪ੍ਰੈਸ ਵਾਲਿਆਂ ਨੇ ਕੀਤੀ ਤਾਂ ਮੈਨੂੰ ਬੜੀ ਖੁਸ਼ੀ ਹੋਈ। ਬਾਕੀ ਜਿਵੇਂ ਜਿਵੇਂ ਤੁਸੀਂ ਉਹ ਕਹਿੰਦੇ ਹੋ ਨਾ ਕਿ ਆਪਾਂ ਫੀਲਡ ਦੇ ਵਿੱਚ ਪੈਂਦੇ ਹਾਂ ਤਾਂ ਪਤਾ ਹੀ ਉਦੋਂ ਲੱਗਦਾ ਕਿ ਅਸਲ 'ਚ ਜਿਵੇਂ ਇਹ ਤਾਂ ਚਲੋ ਮੇਰੇ ਤਾਂ ਬਿਲਕੁਲ ਹੀ ਫੀਲਡ ਤੋਂ ਡਿਫਰੈਂਟ ਫੀਲਡ ਹੋ ਗਿਆ, ਪਾਸੇ ਤੇ ਹੋ ਗਿਆ। ਸੋ ਸਟਰਗਲਿੰਗ ਫੇਸ ਹੈਗਾ, ਇਹ ਨਹੀਂ ਕਹਿੰਦਾ ਮੈਂ, ਬਟ ਉਸ ਫੇਸ ਦੇ ਵਿੱਚ ਕਦੇ ਮੈਂ ਇੰਨੀ ਵੱਡੀ ਐਕਸਪੈਕਟੇਸ਼ਨ ਨਹੀਂ ਕੀਤੀ ਕਿ ਨਹੀਂ ਮੈਂ ਜੇ ਇੱਕ ਬੁੱਕ ਲਿਖ ਲਈ ਤਾਂ ਪਤਾ ਨਹੀਂ ਕਿੱਡਾ ਕੁ ਵੱਡਾ ਉਹ ਕਰ ਲਿਆ। ਬਟ ਹਜੇ ਵੀ ਮੈਂ ਸੋਚਦਾ ਕਿ ਕਿਤੇ ਨਾ ਕਿਤੇ ਚਲੋ ਟਾਈਮ ਆਊਗਾ, ਕੋਈ ਇਸ ਨੂੰ ਪੜ੍ਹੇਗਾ ਜਾਂ ਇਹਨੂੰ ਤੋਂ ਕਿਸੇ ਤੋਂ ਕੋਈ ਚੀਜ਼ ਸਿੱਖੇਗਾ। ਮੇਨ ਮੋਟਿਵ ਹੀ ਮੇਰਾ ਇਸ ਬੁੱਕਸ ਨੂੰ ਲਿਖਣਾ ਇਹ ਹੈ। ਇਹ ਨਹੀਂ ਹੈਗਾ ਕਿ ਆਪਦੇ ਆਪ ਨੂੰ ਬਹੁਤ ਪਬਲਿਸਾਈਜ਼ ਕਰਾਉਣਾ ਜਾਂ ਮੈਂ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਇੱਕ ਬਹੁਤ ਵੱਡਾ ਲੇਖਕ ਬਣਨਾ, ਉਹ ਨਹੀਂ। ਬਟ ਕਿਤੇ ਤੁਸੀਂ ਇੱਕ ਆਪਣੀ ਸੋਚ ਨੂੰ, ਕਿਸੇ ਦੀ ਸੋਚ ਨੂੰ ਚੰਗਾ ਬਣਾ ਸਕਦੇ, ਬਹੁਤ ਵੱਡੀ ਗੱਲ ਹੈ ਜੀ। 100 ਚੋਂ ਵੀ ਚਾਹੇ ਤੁਹਾਨੂੰ ਇੱਕ ਬੰਦਾ ਵੀ ਤੁਹਾਡੀ ਕਹਾਣੀ ਨੂੰ ਜਾਂ ਕਿਸੇ ਚੀਜ਼ ਤੋਂ ਲੈ ਕੇ ਆਪਣੀ ਲਾਈਫ ਨੂੰ ਇੰਸਪਾਇਰ ਕਰਦਾ ਤਾਂ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਉਹ ਇੱਕ ਬਹੁਤ ਵੱਡਾ ਕ੍ਰੈਡਿਟ ਹੈ ਇੱਕ ਰਾਈਟਰ ਲਈ ਵੀ। ਬਿਲਕੁਲ ਜੀ। ਡਾਕਟਰ ਸਾਹਿਬ, ਜਿਹੜੇ ਸਥਾਪਿਤ ਲੇਖਕ ਹੈਗੇ ਆ, ਉਹਨਾਂ ਦੇ ਨਾਲ ਐਕਸਪੀਰੀਅੰਸ ਤੁਹਾਡਾ ਕਿਵੇਂ ਰਿਹਾ? ਮਤਲਬ ਤੁਹਾਨੂੰ ਉਹਨਾਂ ਨੇ ਗਾਈਡ ਕੀਤਾ ਜਾਂ ਕਈ ਵਾਰ ਇਹ ਹੁੰਦਾ ਕਿ ਆਮ ਤੌਰ ਤੇ ਇਹ ਕਿਹਾ ਜਾਂਦਾ ਕਿ ਉੱਠਣ ਨਹੀਂ ਦਿੱਤਾ ਜਾਂਦਾ, ਸ਼ਾਇਦ ਕਿਤੇ ਨਾ ਕਿਤੇ ਇਹਦੇ 'ਚ ਇਹ ਆਉਂਦਾ ਕਿ ਉਹਨਾਂ ਨੂੰ ਆਪ ਦੀ ਹੋਂਦ ਦਾ ਖਤਰਾ ਹੋ ਜਾਂਦਾ? ਨਹੀਂ, ਇਹੋ ਜਿਹਾ ਮੈਨੂੰ ਕਦੇ ਨਾ ਹੀ ਕਦੇ ਇਨਸਿਕਿਉਰਿਟੀ ਫੀਲ ਹੋਈ, ਕਦੇ ਵੀ ਨਹੀਂ ਹੈ। ਸਗੋਂ ਮੈਂ ਉਹਨਾਂ ਤੋਂ ਸਿੱਖਦਾ ਹੀ ਹਾਂ ਤੇ ਨਾ ਹੀ ਮੈਂ ਕਦੇ ਆਪਣੇ ਆਪ ਨੂੰ ਉਸ ਲਾਈਨ ਦੇ ਵਿੱਚ ਖੜੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੇਖੋ, ਜੋ ਉਹ ਹੈ ਬਣ ਚੁੱਕੇ ਉਹ ਤੁਹਾਡੇ ਲਈ ਬਹੁਤ ਵੱਡੀ ਹੈ ਲੀਆਂ ਨੇ। ਆਪਾਂ ਕਹਿੰਦੇ ਕਿ ਆਪਾਂ ਉਹਨਾਂ ਤੋਂ ਸਿੱਖਦੇ ਹਾਂ, ਜੇ ਆਪਾਂ ਉਹਨਾਂ ਨੂੰ ਕਹੀਏ ਤੁਹਾਡੇ ਲਈ ਇੱਕ ਗ੍ਰੰਥ ਹੀ ਹੈ, ਇਹੀ ਕਹਿ ਲਓ, ਰਾਈਟਿੰਗ ਦੇ ਗ੍ਰੰਥ ਹੀ ਨੇ ਉਹ ਲੋਕ ਹੈ। ਜੋ ਉਹਨਾਂ ਨੇ ਜਿਸ ਤਰ੍ਹਾਂ ਫੀਲ ਕੀਤੇ, ਜਿਸ ਤਰ੍ਹਾਂ ਉਹਨਾਂ ਨੇ ਸਮਾਜ ਨੂੰ ਆਪਣੇ ਰਾਈਟਿੰਗ ਦੇ ਥਰੂ ਸੁਧਾਰਨ ਜਾਂ ਉਸ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਚੀਜ਼ਾਂ ਤੋਂ ਮੈਂ ਕੀ ਸਿੱਖ ਕੇ ਆਪਣੀਆਂ ਰਾਈਟਿੰਗਸ ਨੂੰ ਉਹਨਾਂ ਨੂੰ ਕਰ ਰਿਹਾ, ਸ਼ਾਇਦ ਉਹ ਤੁਹਾਡੇ ਲਈ ਇੱਕ ਬਹੁਤ ਵਧੀਆ ਵੇ ਵੀ ਬਣਾਉਂਦੇ ਨੇ ਤੇ ਤੁਹਾਨੂੰ ਇੱਕ ਬਹੁਤ ਵਧੀਆ ਸਿਖਾਉਂਦੇ ਵੀ ਨੇ। ਸੋ ਮੈਂ ਉਹਨਾਂ ਨੂੰ ਇੱਕ ਐਜ਼ ਏ ਇੰਸਪੀਰੇਸ਼ਨ ਤੇ ਮੋਟੀਵੇਸ਼ਨ ਵੇ ਨਾਲ ਹੀ ਲੈਣਾ, ਕਦੇ ਇਸ ਚੀਜ਼ ਨੂੰ ਨਹੀਂ ਇਹ ਨਹੀਂ ਲਿਆ ਕਿ ਨਹੀਂ ਵੀ ਮੈਂ ਉਹਨਾਂ ਦੇ ਬਰਾਬਰ ਜਾਣਾ ਜਾਂ ਮੈਂ ਉਹਨਾਂ ਦੇ ਕਰਕੇ ਆਪਦੇ ਆਪ ਨੂੰ ਨਹੀਂ ਅਪਲਿਫਟ ਕਰ ਰਿਹਾ। ਸੋ ਇਹ ਬਹੁਤ ਵੱਡੀ ਗੱਲ ਹੈ। ਇੱਕ ਛੋਟੀ ਜਿਹੀ ਗੱਲ ਸ਼ੇਅਰ ਕਰਦਾ, ਮੈਂ ਤੁਹਾਨੂੰ ਦੱਸਿਆ ਸੀ ਕਿ ਦਲੀਪ ਕੌਰ ਟਿਵਾਣਾ ਮੈਡਮ ਰਹਿੰਦੇ ਸੀਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸਾਡੇ ਡਿਪਾਰਟਮੈਂਟ ਤੋਂ ਅੱਗੇ ਹੀ ਫਲੈਟ ਸੀਗੇ ਉਹਨਾਂ ਦੇ, ਉੱਥੇ ਰਹਿੰਦੇ ਸੀ। ਅੱਛਾ, ਤੁਸੀਂ ਜਿਹੜਾ ਨਾਂ ਸੁਣਿਆ ਹੋਵੇ ਹੈ ਨਾ ਰਾਈਟਿੰਗ ਦਾ ਵੀ, ਇੱਕ ਰਾਈਟਰ, ਅੱਛਾ ਯੂਨੀਵਰਸਿਟੀ ਰਹਿੰਦੇ, ਤੁਹਾਡੇ ਮਨ 'ਚ ਇੱਕ ਉਸ ਟਾਈਮ ਤੁਹਾਡਾ ਮਾਈਂਡ ਵੀ ਡਿਵੈਲਪ ਉਸੇ ਤਰੀਕੇ ਨਾਲ ਹੀ ਹੋਇਆ ਹੁੰਦਾ ਨਾ ਵੀ ਬਹੁਤ ਵੱਡੀ ਉਹ ਹੈਗੇ ਨੇ, ਲੇਖਕ ਹੈਗੇ ਨੇ ਹੈ ਨਾ, ਉਹਨਾਂ ਨੂੰ ਮਿਲਣਾ। ਤਾਂ ਕਿਤੇ ਨਾ ਕਿਤੇ ਮੇਰਾ ਬੜਾ ਦਿਲ ਕਰਿਆ ਕਰੇ ਵੀ ਮੈਂ ਉਹਨਾਂ ਨੂੰ ਮਿਲ ਕੇ ਆਵਾਂ ਹੈ ਨਾ, ਉਹਨਾਂ ਨੂੰ ਮੈਂ ਕਰਨਾ। ਤਾਂ ਬੜੇ ਟਾਈਮ ਬਾਅਦ ਮੇਰੇ ਖਿਆਲ MSc ਦੇ ਵਿੱਚ ਮੈਨੂੰ ਪਤਾ ਲੱਗਿਆ ਸੀ ਤੇ 5 ਸਾਲਾਂ ਦੇ ਵਿੱਚ ਐਂਡ ਵਾਲੇ ਸਾਲ ਦੇ ਵਿੱਚ ਮੈਂ ਆਪਣੇ ਫਰੈਂਡ ਨਾਲ, ਉਹਨਾਂ ਦੇ ਨਾਲ ਅਸੀਂ ਉਹਨਾਂ ਦੇ ਕਿਸੇ ਕੰਮ ਲਈ ਗਏ ਤਾਂ ਉਹ ਮੈਡਮ ਮਿਲੇ, ਬਹੁਤ ਵਧੀਆ। ਚਾਹੇ ਉਹ ਕੁਛ ਟਾਈਮ ਦਾ ਐਕਸਪੀਰੀਅੰਸ ਸੀ ਤਾਂ ਬਹੁਤ ਵਧੀਆ ਲੇਡੀ, ਮੈਨੂੰ ਲੱਗਿਆ ਵੀ ਕਿਸ ਤਰ੍ਹਾਂ ਉਹ ਰਹਿੰਦੇ ਨੇ। ਨਹੀਂ ਤਾਂ ਤੁਹਾਡੇ ਮਨ 'ਚ ਇੱਕ ਕਿਉਰਿਓਸਿਟੀ ਹੁੰਦੀ ਵੀ ਇੱਕ ਰਾਈਟਰ ਕੀ ਹੋਊਗਾ, ਬਿਲਕੁਲ, ਵੀ ਕਿਸ ਤਰ੍ਹਾਂ ਉਹ ਆਪਦੀ ਲਾਈਫ ਉਹਨੂੰ ਇੰਸਪਾਇਰ ਕਰ। ਸੋ ਇਸੇ ਤਰ੍ਹਾਂ ਹੀ ਇੱਕ ਜਿਹੜੇ ਅਜਿਹੇ ਰਾਈਟਰਸ ਰਹੇ, ਕਿਤੇ ਨਾ ਕਿਤੇ ਇੱਕ ਸੋਰਸ ਆਫ ਇੰਸਪੀਰੇਸ਼ਨ ਹੀ ਬਣੇ। ਬਾਕੀ ਕੰਟਰਾਡਿਕਸ਼ਨ ਹਰੇਕ ਦੀ ਹੁੰਦੀ ਹੈ, ਕਿਸੇ ਦੇ ਲਿਖਣ ਦਾ ਕੋਈ ਤਰੀਕਾ, ਕਿਸੇ ਦਾ ਕੋਈ ਹੈ, ਕੋਈ ਕਿਸੇ ਪੱਖ ਨੂੰ ਉਜਾਗਰ ਕਰਦਾ, ਕੋਈ ਕਿਸੇ ਨੂੰ ਕਰਦਾ, ਤੇ ਮੇਰਾ ਆਪਣਾ ਇੱਕ ਵੇ ਹੈ ਕਿ ਕਿਸ ਤਰ੍ਹਾਂ ਉਹ ਕਰਨਾ।
ਤੁਹਾਡੇ ਨਾਲ ਗੱਲ ਕਰਕੇ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਸ਼ੌਕ ਆ ਸਾਨੂੰ ਟਿਕਣ ਨਹੀਂ ਦਿੰਦੇ। ਹਾਂ ਬਿਲਕੁਲ। ਭਾਵੇਂ ਤੁਸੀਂ ਕਿਸੇ ਪ੍ਰੋਫੈਸ਼ਨ ਚਲੇ ਜਾਓ ਹਨਾ, ਤੇ ਜਿਵੇਂ ਤੁਹਾਡਾ ਲਿਖਣ ਦਾ ਸ਼ੌਕ ਹੈਗਾ ਔਰ ਤੁਹਾਨੂੰ ਉਹ ਉਸ ਪ੍ਰੋਫੈਸ਼ਨ ਚੋਂ ਕੱਢ ਕੇ ਫਿਰ ਵੀ ਟਾਈਮ ਤੁਸੀਂ ਨਾ ਕਿਵੇਂ ਮੈਨੇਜ ਕਰ ਲੈਂਦੇ ਹੋ ਕਿ ਹਾਂ ਇਹ ਕੰਮ ਵੀ ਮੇਰੇ ਹਿੱਸੇ ਆਇਆ ਹੈ ਨਾ, ਇਹ ਸ਼ੌਕ ਪੂਰਾ ਕਰਨਾ ਹੈ। ਮੈਂ ਤਾਂ ਕਹਿੰਦਾ ਕਿ ਹਰ ਇਨਸਾਨ ਨੂੰ ਆਪਣਾ ਸ਼ੌਕ ਪੂਰਾ ਕਰਨਾ ਚਾਹੀਦਾ ਹੈ। ਦੇਖੋ ਜ਼ਿੰਦਗੀ ਬਹੁਤ ਛੋਟੀ ਹੈ, ਅੱਜ ਕੱਲ੍ਹ ਦੇ ਟਾਈਮ ਤਾਂ ਵੈਸੇ ਬੜੀ ਅਨਸਰਟੇਨਿਟੀ ਹੈ। ਸੋ ਉਸ ਟਾਈਮ ਦੇ ਵਿੱਚ ਤੁਸੀਂ ਪ੍ਰੋਫੈਸ਼ਨ ਵੀ ਆਪਦਾ ਕਰ ਲਓਗੇ, ਹਰ ਐਸਪੈਕਟ ਆਪਦੀ ਜ਼ਿੰਦਗੀ ਦਾ ਹਿਸਾਬ ਦੇ ਨਾਲ ਚੱਲਦਾ ਵੀ ਰਹਿੰਦਾ ਤੇ ਤੁਸੀਂ ਉਹਦੇ ਵੱਲ ਆਪਦੀ ਅਟੈਂਸ਼ਨ ਵੀ ਦਿੰਦੇ ਰਹਿੰਦੇ ਹੋ। ਸਿਰਫ ਇੱਕ ਬੰਦੇ ਦੇ ਸ਼ੌਕ ਹੁੰਦੇ ਆ ਜਿਹੜੇ ਤੁਹਾਨੂੰ ਬਹੁਤ ਜ਼ਿਆਦਾ ਸਟਰੈਂਥ ਵੀ ਦਿੰਦੇ ਆ ਤੇ ਤੁਹਾਨੂੰ ਖੁਸ਼ੀ ਵੀ ਦਿੰਦੇ ਆ। ਸੋ ਮੈਂ ਤਾਂ ਹਰੇਕ ਇਨਸਾਨ ਨੂੰ ਕਹਿੰਦਾ ਕਿ ਉਹ ਆਪਣੇ ਸ਼ੌਕ, ਚਾਹੇ ਜੋ ਵੀ ਉਹਨਾਂ ਨੂੰ ਸ਼ੌਕ ਹੈ, ਕੁਛ ਵਕਤ ਉਹਦੇ ਲਈ ਜ਼ਰੂਰ ਕੱਢੇ ਤਾਂ ਦੇਖਿਆ ਆਪਦੀ ਜ਼ਿੰਦਗੀ 'ਚ ਬਹੁਤ ਵੱਡੀ ਚੇਂਜ ਵੀ ਮਿਲੂਗੀ ਉਹਨਾਂ ਨੂੰ। ਬਿਲਕੁਲ ਜੀ, ਤੁਹਾਡੇ ਨਾਲ ਗੱਲ ਕਰਕੇ ਇਹ ਲੱਗਦਾ ਹੈ ਕਿ ਜਿਹੜੇ ਨਵੇਂ ਸਾਹਿਤਕਾਰ ਹੈ ਉਹ ਬੜਾ ਵਧੀਆ ਕਰਨ ਦੀ ਕੋਸ਼ਿਸ਼ ਕਰ ਰਹੇ ਆ ਔਰ ਕਰ ਰਹੇ ਨੇ, ਤੇ ਇਹ ਇੱਕ ਸ਼ੁਭ ਸੰਕੇਤ ਹੈ। ਜਿਵੇਂ ਤੁਸੀਂ ਕਿਹਾ ਕਿ ਤੁਹਾਡੀਆਂ ਕਹਾਣੀਆਂ ਦੇ ਭਾਵੇਂ ਡਿਜੀਟਲੀ ਪਾਠਕ ਨੇ ਪਰ ਉਹ ਤੁਹਾਡੀ ਜਿਹੜੀ ਕਹੀ ਹੋਈ ਗੱਲ ਨੂੰ ਕਨਵੇ ਤਾਂ ਕਰਦੇ ਨੇ, ਕਿਤੇ ਨਾ ਕਿਤੇ ਉਹਨਾਂ ਤੋਂ ਇੰਸਪਾਇਰ ਹੁੰਦੇ ਨੇ। ਸੋ ਬੜਾ ਚੰਗਾ ਲੱਗਿਆ, ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਅਮਰ ਜੀ। Subscribe now and press the bell icon. Never miss an update.